ਸੇਵੀਐ ਅਹਨਸ ਸਹਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮਦੀ। ਨੂਰ ਅਰਸੋਂ ਕੁਰਸੋਂ ਤੁਧ ਡਿਠੈ ਸਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ ਸਜਣ ਸਚਾ ਪਾਤਸ਼ਾਹ। ਸਿਰ ਸਾਹਾਂ ਦੇ ਛਾਹੋ ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਰਦਾਨਾ ਪਹਿਲਾ। ਕਲ ਕਲਵਾਲੀ ਕਾਮ ਮਦ। ਮਨੁਆ ਪੀਵਨ ਹਾਰ। ਕ੍ਰੋਧ ਕਟੋਰੀ ਮੋਹ ਭਰੀ। ਪੀ ਲਾਵਾ ਅਹੰਕਾਰ। ਕਲ ਕਲਵਾਲੀ ਕਾਮ ਮਦ। ਮਨੁਆ ਪੀਵਨ ਹਾਰ। ਕ੍ਰੋਧ ਕਟੋਰੀ ਮੋਹ ਭਰੀ। ਪੀ ਲਾਵਾ ਅਹੰਕਾਰ। ਮਜਲਸ ਕੂੜੇ ਲੱਭ ਕੀ। ਪੀ ਪੀ ਹੋਏ ਖੁਆਰ। ਕਰਨੀ ਲਾਹਨ ਸਤ ਗੁੜ। ਸੱਚ ਸਰਾ ਕਰ ਸਾਰ। ਗੁਣ ਮੰਡੇ ਕਰ ਸੀਲ ਘਿਓ। ਸਰਮ ਮਾਸ ਆਹਾਰ। ਗੁਰਮੁਖ ਪਾਈਐ ਨਾਨਕਾ। ਖਾਧੈ ਜਾਹੇ ਬੇਕਾਰ। ਗੁਣ ਮੰਡੇ ਕਰ ਸੀਲ ਘਿਓ। ਸਰਮ ਮਾਸ ਆਹਾਰ। ਗੁਰਮੁਖ ਪਾਈਐ ਨਾਨਕਾ। ਖਾਧੈ ਜਾਹੇ ਬੇਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਇਕਮਾਲ ਵਾਲੀਏ ਕੁਲ ਆਲਮ। ਜਗਤ ਗੁਰੂ ਸ਼ਬਦ ਗੁਰੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਿਨਾਂ ਦੀ ਮੁਕੱਦਸ ਪਵਿੱਤਰ ਬਾਰਗਾਹ ਹਜ਼ੂਰੀ ਵਿੱਚ ਆਪ ਸਮੂਹ ਸੰਗਤ ਸਿੱਖ ਜਗਤ ਦਾ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ, ਤਿਨਾਂ ਦੇ ਵਸਾਏ ਹੋਏ ਪਵਿੱਤਰ ਇਹ ਨਗਰੀ, ਇਹ ਅਸਥਾਨ ਜਿੱਥੇ ਬੜੇ ਹੀ ਪ੍ਰੇਮ ਅਦਬ ਸਹਿਤ
ਆਪ ਸਮੂਹ ਸੰਗਤ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਰੋਜ਼ਾਨਾ ਜੋ ਅੰਮ੍ਰਿਤ ਵੇਲੇ ਸਾਨੂੰ ਸ਼੍ਰੀ ਮੁੱਖ ਵਾਕ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਉਸ ਦੀ ਵਿਚਾਰ ਜਿੱਥੇ ਤੁਸੀਂ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸਰਵਣ ਕਰ ਰਹੇ ਹੋ, ਉੱਥੇ ਦੂਰ ਦੁਰੇਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭਾਵਨਾ ਸਹਿਤ ਗੁਰੂ ਕੇ ਪਿਆਰੇ ਇਸ ਪਾਵਨ ਅਸਥਾਨ ਦੇ ਨਾਲ ਜੁੜ ਰਹੇ ਹਨ, ਸਰਵਣ ਕਰ ਰਹੇ ਹਨ। ਸਮਾਂ ਹੋ ਚੁੱਕਾ ਹੈ, ਆਓ ਜਿੱਥੇ ਆਪ ਸਮੂਹ ਸੰਗਤ ਪਹੁੰਚ ਰਹੇ ਹੋ, ਪਿਛਲਾ ਜਿਹੜਾ ਸਮਾਂ ਹੈ ਬੜਾ ਹੀ ਵੈਰਾਗਮਈ, ਕਿਉਂਕਿ ਪਹਿਲਾਂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸਾਰੇ ਸਿੱਖ ਜਗਤ ਨੇ ਬੜੀ ਭਾਵਨਾ ਸਹਿਤ ਸਤਿਗੁਰਾਂ ਦੇ ਪਰਉਪਕਾਰਾਂ ਨੂੰ ਯਾਦ ਕਰਦਿਆਂ ਹੋਇਆਂ ਮਨਾਇਆ ਹੈ। ਔਰ ਉੱਥੇ ਨਾਲ ਹੀ ਆ ਪਿਛਲੇ ਦਿਨ ਤੀਸਰਾ ਜਿਹੜਾ ਘੱਲੂਘਾਰਾ ਹੋਇਆ ਹੈ, ਜਿੱਥੇ ਬੇਅੰਤ ਗੁਰੂ ਕੇ ਪਿਆਰੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ, ਗੁਰੂ ਘਰ ਦੀ ਮਰਿਆਦਾ ਦੀ ਬਹਾਲੀ ਵਾਸਤੇ, ਗੁਰਦੁਆਰਿਆਂ ਦੀ ਚੜ੍ਹਦੀ ਕਲਾ ਵਾਸਤੇ। ਮਨ ਦੇ ਵਿੱਚ ਵਿਚਾਰ ਆ ਰਿਹਾ ਸੀਗਾ ਕਿ ਪੰਚਮ ਪਾਤਸ਼ਾਹ ਸਹਿਬ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਕਈ ਘੱਲੂਘਾਰੇ ਸਿੱਖ ਜਗਤ ਦੇ ਵਿੱਚ ਵਾਪਰ ਚੁੱਕੇ ਹਨ। ਘੱਲੂਘਾਰੇ ਦਾ ਮਤਲਬ ਇੱਕ ਛੋਟੀ ਜਿਹੀ ਲੜਾਈ ਨਹੀਂ ਹੁੰਦਾ, ਮਤਲਬ ਹੁੰਦਾ ਹੈ ਕਿ ਨਸਲਕੁਸ਼ੀ, ਨਾਮੋ ਨਿਸ਼ਾਨ, ਖੁਰਾ ਖੋਜ ਮਿਟਾਉਣ ਦਾ ਯਤਨ ਕਰਨਾ। 1747 ਈਸਵੀ ਦੇ ਵਿੱਚ ਵੀ ਘੱਲੂਘਾਰਾ ਵਾਪਰਿਆ ਸੀਗਾ, ਔਰ ਇਸੇ ਤਰ੍ਹਾਂ ਛੋਟਾ ਘੱਲੂਘਾਰਾ ਉਦੋਂ ਵੀ 12,000 ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਸ਼ਹਾਦਤਾਂ ਦੇ ਜਾਮ ਪੀਤੇ। ਵੱਡਾ ਘੱਲੂਘਾਰਾ 1762 ਈਸਵੀ ਦੇ ਵਿੱਚ ਵਾਪਰਿਆ। ਉਹਦੇ ਵਿੱਚ ਵੀ ਇਤਿਹਾਸਕਾਰਾਂ ਦੀ ਵੱਖਰੀ ਵੱਖਰੀ ਰਾਏ ਹੈ। ਤਕਰੀਬਨ 30,000 ਦੇ ਕਰੀਬ ਗੁਰੂ ਕੇ ਸਿੱਖਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ। ਔਰ ਇਹ ਵੀ ਇੱਕ ਘੱਲੂਘਾਰਾ ਬੇਅੰਤ ਸੈਂਕੜੇ ਗੁਰੂ ਕੇ ਲਾਲ ਲੰਮਾ ਦੌਰ ਚੱਲਿਆ ਹੈ। ਬਾਅਦ ਵਿੱਚ ਵੀ ਜਦੋਂ ਫਿਰ ਮਰਜੀਵੜਿਆਂ ਨੇ ਪਿੱਛੇ ਨਹੀਂ ਹਟੇ, ਕੁਰਬਾਨੀ ਕੀਤੀ ਹੈ, ਕਿਉਂਕਿ ਜਿਹੜਾ ਇਹ ਸ਼ਹਾਦਤਾਂ ਦਾ ਨੀਂਹ ਪੱਥਰ ਹੈ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੇ ਰੱਖਿਆ ਹੈ। ਤੇ ਗੁਰਮੁਖੋ, ਤੁਸੀਂ ਜਾਣਦੇ ਹੋ ਕਿ ਨੀਂਹ ਜਿਹੜੀ ਹੈ ਜਿਤਨੀ ਗਹਿਰੀ ਹੋਵੇਗੀ, ਜਿਤਨੀ ਡੂੰਘੀ ਹੋਏਗੀ, ਜਿਤਨੀ ਵਿਸ਼ਾਲ ਹੋਏਗੀ, ਜਿਤਨੀ ਪੱਕੀ ਹੋਏਗੀ, ਉਹਦੇ ਉੱਪਰ ਮੰਜ਼ਲਾਂ ਇਮਾਰਤਾਂ ਉਤਨੀਆਂ ਹੀ ਵੱਧ ਖੜੀਆਂ ਹੋ ਸਕਦੀਆਂ ਹਨ। ਤੁਸੀਂ ਘਰ ਬਣਾਉਂਦੇ ਹੋ ਨਾ, ਤੇ ਸਿਆਣੇ ਬੰਦੇ ਸਾਰਾ ਜ਼ੋਰ ਲਾ ਦਿੰਦੇ ਹਨ ਕਿ ਨੀਂਹ ਚੰਗੀ ਤਗੜੀ ਹੋਵੇ। ਜੇ ਨੀਂਹ ਤਗੜੀ ਹੋਵੇਗੀ ਤੇ ਭਲਕੇ ਕੱਲ੍ਹ ਨੂੰ ਉੱਤੇ ਕੁਛ ਵੀ ਬਣਾਇਆ ਜਾ ਸਕੇਗਾ, ਕੁਛ ਵੀ ਬਣਾ ਲਓ। ਜਦੋਂ ਇਤਿਹਾਸ ਪੜ੍ਹਦੇ ਆ ਨਾ, ਤੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦਾ ਜੀਵਨ ਪੜ੍ਹ ਰਹੇ ਹਾਂ, ਤੇ ਗੁਰੂ ਘਰ ਦੇ ਨਾਲ ਈਰਖਾ ਜਿਹੜੀ ਹੈ ਉਹ ਗੁਰੂ ਅਰਜਨ ਦੇਵ ਜੀ ਦੇ ਵੇਲੇ ਨਹੀਂ, ਗੁਰੂ ਨਾਨਕ ਦੇਵ ਜੀ ਦੇ ਵੇਲੇ ਹੀ ਆਰੰਭ ਹੋ ਗਈ ਸੀਗੀ। ਬਾਬਰ ਦੇ ਵੇਲੇ ਤੋਂ ਹੀ ਆਰੰਭ ਹੋ ਗਈ ਸੀਗੀ, ਜਦੋਂ ਬਾਬਰ ਨੂੰ ਜਾਬਰ ਆਖਿਆ ਸੀਗਾ ਧੰਨ ਗੁਰੂ ਨਾਨਕ ਦੇਵ ਜੀ ਨੇ। ਕੁਝ ਵਿਦਵਾਨਾਂ ਨੇ ਲਿਖਿਆ ਸ਼ਹੀਦੀ ਤਾਂ ਗੁਰੂ ਨਾਨਕ ਦੇਵ ਜੀ ਦੀ ਵੀ ਹੋ ਜਾਣੀ ਸੀਗੀ, ਪਰ ਉਦੋਂ ਮੁਗਲ ਰਾਜ ਇੱਥੇ ਨਵਾਂ ਉਹ ਆਏ ਸਨ। ਉਹਨਾਂ ਨੂੰ ਇਹ ਸੀਗਾ ਕਿ ਪਹਿਲਾਂ ਆਪਣਾ ਇੰਤਜ਼ਾਮ ਕਰ ਲਈਏ, ਪੈਰ ਗੱਡ ਲਈਏ ਚੰਗੀ ਤਰ੍ਹਾਂ। ਫਕੀਰਾਂ ਦੀ ਬਦ ਦੁਆ ਤੋਂ ਧਾਰਮਿਕ ਲੋਕਾਂ ਨੇ ਉਦੋਂ ਬਾਦਸ਼ਾਹ ਨੂੰ ਵਰਜਿਆ। ਗੁਰੂ ਨਾਨਕ ਦੇਵ ਜੀ ਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਤੇ ਬਾਅਦ ਵਿੱਚ ਕੁਝ ਸਮੇਂ ਬਾਅਦ ਰਿਹਾ ਕਰ ਦਿੱਤਾ ਗਿਆ। ਸ਼ਹੀਦੀ ਤਾਂ ਉਦੋਂ ਵੀ ਹੋ ਜਾਣੀ ਸੀਗੀ, ਕਿਉਂਕਿ
ਜਿਹੜਾ ਜ਼ੁਲਮ ਹੈ, ਜ਼ੁਲਮ ਦੇ ਨਾਲ ਹੁਣ ਗੁਰੂ ਨਾਨਕ ਦੇਵ ਜੀ ਨੇ ਹੀ ਬਚਨ ਕੀਤਾ ਸੀ ਕਿ ਭਾਈ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਹਰਾਮ ਹੈ ਸਾਰਾ ਕੁਝ। ਸੋ ਨੀਂਹ ਇਤਨੀ ਮਜ਼ਬੂਤ ਹੈ ਕਿ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਮਨਾਇਆ ਹੈ। ਸਤਿਗੁਰਾਂ ਨੂੰ 3 ਦਿਨ ਹੋ ਗਏ ਹਨ, 4 ਦਿਨ ਹੋ ਗਏ ਹਨ, ਫਿਰ 5ਵਾਂ ਦਿਨ ਆ ਗਿਆ ਤੱਤੀ ਤਵੀ ਤੇ ਬੈਠਿਆ ਹੋਇਆ। ਆਪਾਂ ਤਾਂ ਇੱਕੋ ਵਾਰੀ ਥੋੜ੍ਹਾ ਜਿਹਾ ਬੋਲ ਕੇ ਅੱਗੇ ਲੰਘ ਜਾਂਦੇ ਹਾਂ ਕਿ ਪਾਤਸ਼ਾਹ ਜੀ ਨੇ ਜਿਹੜਾ ਉਹ ਨੀਂਹ ਪੱਥਰ ਤੇ ਮੁਆਫ ਕਰਨਾ, ਸਤਿਗੁਰੂ ਜੀ ਤੱਤੀ ਤਵੀ ਤੇ ਬੈਠੇ। ਹੁਣ ਪੜ੍ਹੀਏ ਤੇ ਪਤਾ ਲੱਗਦਾ ਹੈ ਤੱਤੀ ਤਵੀ ਤੇ ਬਿਠਾਇਆ ਜਾਂਦਾ ਰਿਹਾ। ਰੋਜ਼ ਸਵੇਰ ਆ ਜਿਹੜਾ ਆ ਸਮਾਂ ਹੋਣਾ ਨਾ, ਸੂਰਜ ਚੜ੍ਹਿਆ ਹੈ, ਉਦੋਂ ਹੀ ਜੇਲ੍ਹ ਦੇ ਵਿੱਚੋਂ ਬਾਹਾਂ ਤੋਂ ਪਕੜ ਕੇ ਲੈ ਆਉਣਾ, ਸਾਰਾ ਦਿਨ ਤੱਤੀ ਤਵੀ ਤੇ ਬਿਠਾਉਣਾ, ਤੇ ਨਾਲ ਕਦੇ ਠੰਡੇ ਪਾਣੀ ਦੇ ਵਿੱਚ ਬਿਠਾ ਕੇ ਤੇ ਹੋਸ਼ ਦੇ ਵਿੱਚ ਲੈ ਕੇ ਆਉਣਾ। ਇਹਦਾ ਮਤਲਬ ਹੈ ਕਿ ਸਰੀਰ ਕਦੇ ਕਦੇ ਬੇਹੋਸ਼ ਹੋ ਜਾਂਦਾ ਹੋਏਗਾ। ਫਿਰ ਸਰੀਰ ਗਲ ਚੁੱਕਾ ਹੈ, ਛਾਲਿਆਂ ਨਾਲ ਭਰ ਚੁੱਕਾ ਹੈ, ਪਰ ਸਿਰੜ ਦੇਖੋ, ਇੱਕ ਜੁਝਾਰਮਈ ਸ਼ਹੀਦੀ ਹੁੰਦੀ ਹੈ, ਇੱਕ ਸ਼ਾਂਤਮਈ ਸ਼ਹਾਦਤ ਹੈ। ਸ਼ਾਂਤਮਈ ਜਿਹੜੀ ਸ਼ਹੀਦੀ ਹੈ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੇ ਦਿੱਤੀ ਹੈ। ਤੇ ਸਾਈਂ ਮੀਆਂ ਮੀਰ ਜੀ ਉਹ ਪਰਮੇਸ਼ਰ ਦਾ ਪਿਆਰਾ ਲਾਹੌਰ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਹੈਰਾਨ ਹੋਇਆ। ਇਹ ਉਹੀ ਗੁਰਦੇਵ ਹਨ ਜਿਨ੍ਹਾਂ ਦੇ ਅੰਮ੍ਰਿਤਸਰ ਦਰਸ਼ਨ ਕਰੀਦੇ ਸੀਗੇ। ਕਿਤਨਾ ਸੁੰਦਰ ਸਰੂਪ ਸੀਗਾ, ਸੋਹਣਾ, ਕਿਤਨਾ ਸਤਿਕਾਰ ਸੀਗਾ, ਸੋਹਣੇ ਆਸਨਾਂ ਤੇ ਬਿਠਾਇਆ ਜਾਂਦਾ ਸੀਗਾ, ਸੁੰਦਰ ਪੁਸ਼ਾਕਾਂ। ਅੱਜ ਸਰੀਰ ਵੀ ਨਗਨ ਹੈ, ਛਾਲਿਆਂ ਦੇ ਨਾਲ ਭਰਿਆ ਹੋਇਆ ਹੈ, ਗਲਿਆ ਪਿਆ ਹੈ, ਫਲੂਏ ਪਏ ਹਨ ਸਰੀਰ ਦੇ ਉੱਪਰ, ਨੀਲਾ ਪੈ ਚੁੱਕਾ ਹੈ, ਕਈਆਂ ਥਾਵਾਂ ਤੋਂ ਹੱਡੀਆਂ ਨਜ਼ਰ ਆ ਰਹੀਆਂ ਹਨ। ਜ਼ਾਲਮਾਂ ਨੇ ਬਾਹਾਂ ਤੋਂ ਪਕੜ ਕੇ ਕਈ ਵਾਰੀ ਪਾਤਸ਼ਾਹ ਜੀ ਨੂੰ ਚੁੱਕਿਆ ਹੈ, ਤੇ ਥੱਲੜਾ ਸਰੀਰ ਦੇ ਟੁਕੜੇ ਲੋਹ ਦੇ ਨਾਲ ਚਿਪਕੇ ਹੋਏ ਹਨ, ਤੱਤੀ ਤਵੀ ਦੇ ਨਾਲ। ਐਸੀ ਹਾਲਤ ਜਦੋਂ ਸਾਈਂ ਮੀਆਂ ਮੀਰ ਜੀ ਨੇ ਦੇਖੀ ਸੀ ਨਾ ਪੰਚਮ ਪਾਤਸ਼ਾਹ ਜੀ ਦੀ, ਸਤਿਗੁਰੂ ਗਰੀਬ ਨਿਵਾਜ ਆਹ ਕੀ ਦੇਖ ਰਿਹਾ ਮੈਂ? ਤੁਹਾਡੇ ਹੁਕਮ ਦੇ ਵਿੱਚ ਤਾਂ ਸਾਰਾ ਕੁਝ ਹੈ ਨਾ। ਇਹ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਇਹ ਭੈ ਵਿੱਚ ਸੂਰਜ, ਭੈ ਵਿੱਚ ਚੰਦ ਕਿਹੜੀ ਚੀਜ਼ ਹੈ ਤੁਹਾਡੇ ਹੁਕਮ ਤੋਂ ਬਾਹਰ ਹੈ? ਪਰ ਪਾਤਸ਼ਾਹ ਤੁਸੀਂ ਇੱਥੇ ਬੈਠੇ ਹੋਏ ਹੋ, ਤੁਸੀਂ ਚਾਹੋ ਤੇ ਪੱਤਾ ਨਹੀਂ ਹਿਲ ਸਕਦਾ, ਤੁਸੀਂ ਖੁਦ ਖੁਦਾ ਹੋ। ਤੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ, ਸਾਈਂ ਜੀ ਸਿੱਖ ਜਿਹੜਾ ਹੈ ਨਾ ਉਹਨੂੰ ਸਬਰ ਦੀ ਵੀ, ਸ਼ਾਂਤੀ ਦੀ ਵੀ ਬਹੁਤ ਵੱਡੀ ਲੋੜ ਹੈ। ਜਿਹੜਾ ਸਹਿਜ ਹੈ ਨਾ, ਜਿਹੜਾ ਸਹਾਰਨਾ ਹੈ, ਇਹ ਵੀ ਬਹੁਤ ਵੱਡੀ ਤਾਕਤ ਹੁੰਦੀ ਹੈ। ਜੇ ਸ਼ਬਦ ਗਾਏ ਹਨ ਗੁਰਬਾਣੀ ਦੇ ਵਿੱਚ ਕਿ ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਜੇ ਇਹ ਸ਼ਬਦ ਉਚਾਰਨ ਕੀਤੇ ਹਨ ਤੇ ਸਾਈਂ ਜੀ ਇਹ ਸ਼ਬਦ ਇਕੱਲੇ ਗਾਉਣ ਵਾਸਤੇ ਨਹੀਂ, ਇਹ ਹੰਡਾਉਣ ਵਾਸਤੇ ਵੀ ਹਨ। ਇਹ ਸ਼ਬਦ ਕਿਤੇ ਸਿੱਖ ਇਹ ਨਾ ਸਮਝ ਲਵੇ ਕਿ ਇਹ ਤਾਂ ਗੀਤ ਹੈ, ਇਹ ਕਵਿਤਾ ਹੈ, ਨਹੀਂ, ਇਹ ਇੱਕ ਇੱਕ ਅੱਖਰ ਸੱਚ ਹੈ। ਤੇ ਇਹ ਅਸੀਂ ਸਰੀਰ ਤੇ ਹੰਡਾ ਕੇ ਦਿਖਾ ਰਹੇ ਹਾਂ ਸਿੱਖਾ। ਇਹ ਇੱਕ ਇੱਕ ਸ਼ਬਦ ਹੈ ਨਾ ਜਿਹੜਾ ਇਹਦਾ ਪ੍ਰੈਕਟੀਕਲ ਵੀ ਹੋ ਸਕਦਾ ਹੈ। ਜੇ ਗੁਰਬਾਣੀ ਦੇ ਵਿੱਚ ਸਿਰ ਧਰ ਤਲੀ ਗਲੀ ਮੇਰੀ ਆਓ, ਉਹ ਵੀ ਸ਼ਬਦ ਗੁਰੂ ਕੇ ਸਿੱਖਾਂ ਨੇ ਸੱਚ ਕਰਕੇ ਵਿਖਾਏ। ਔਰ ਜੇ ਬੰਦ ਬੰਦ ਕੱਟਣ ਦੀ ਗੱਲ ਹੋਈ ਹੈ, ਤਨ ਮਨ ਕਾਟ, ਉਹ ਵੀ ਸਿੱਖਾਂ ਨੇ ਪੁਰਜਾ ਪੁਰਜਾ ਕੱਟ ਮਰੇ ਸ਼ਬਦ ਆਏ। ਤੇ ਉਹ ਤੁਸੀਂ ਦੇਖਿਆ ਨਹੀਂ ਹੈ, ਪਿਛਲੇ ਸਮੇਂ ਦੇ ਵਿੱਚ ਮਹਾਂਪੁਰਸ਼ਾਂ ਨੇ ਸਾਰਾ ਕੁਝ ਕਰਕੇ ਦਿਖਾਇਆ ਹੈ। ਕਹਿਣ ਤੋਂ ਭਾਵ ਇਹ ਹੈ 5 ਦਿਨ ਲਗਾਤਾਰ ਸਹਿ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਤਪਾਇਆ ਗਿਆ। ਪਰ ਸਹਿ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਆਖਿਆ ਸੀਗਾ, ਸਾਈਂ ਜੀ ਇਹ ਭਾਵੇਂ ਹੋਰ ਅੱਗ ਬਾਲ ਲੈਣ, ਭਾਵੇਂ ਸੂਰਜ ਦੀ ਗਰਮੀ ਵੀ ਹੈ, ਭਾਵੇਂ ਗਰਮ ਗਰਮ ਰੇਤਾ ਵੀ ਪਾਇਆ ਜਾ ਰਿਹਾ ਹੈ, ਪਰ ਸਾਡੇ ਸਿਦਕ ਨੂੰ ਇਹ ਡੁਲਾ ਨਹੀਂ ਸਕਦੇ। ਸਾਨੂੰ ਸੱਚ ਤੋਂ, ਆਪਣੇ ਜੀਵਨ ਤੋਂ, ਆਪਣੀ ਕਰਨੀ ਤੋਂ ਇਹ ਪਛਾਣ ਨਹੀਂ ਕਰ ਸਕਦੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਐਸੇ ਪਾਤਸ਼ਾਹ ਦੀਨ ਦਿਆਲ ਧੰਨ ਗੁਰੂ ਅਰਜਨ ਦੇਵ ਜੀ ਜਦੋਂ ਸ਼ਹੀਦੀ ਦਾ, ਸ਼ਹਾਦਤ ਦਾ ਦੇਖੋ ਨੀਂਹ ਪੱਥਰ ਰੱਖ ਕੇ ਗਏ ਹੋਣ, ਤੇ ਫਿਰ ਸਮੇਂ-ਸਮੇਂ ਦੇ ਮੁਤਾਬਕ ਇਤਨੀ ਗਹਿਰੀ, ਇਤਨੀ ਵੱਡੀ, ਇਤਨੀ ਵਿਸ਼ਾਲ ਜਿਹੜੀ ਨੀਂਹ ਹੈ ਉਹ ਰੱਖੀ ਹੈ।
ਤੇ ਉਹਨਾਂ ਬਚਨਾਂ ਤੇ ਚੱਲਦਿਆਂ ਹੋਇਆਂ ਬੇਅੰਤ ਗੁਰੂ ਕੇ ਲਾਲ ਸਮੇਂ-ਸਮੇਂ ਦੇ ਮੁਤਾਬਕ ਜਦੋਂ ਜਦੋਂ ਲੋੜ ਪਈ ਹੈ ਉਹ ਅੱਗੇ ਆਏ ਹਨ, ਉਹਨਾਂ ਨੇ ਕੁਰਬਾਨੀਆਂ ਕੀਤੀਆਂ ਹਨ, ਜਰਾ ਵੀ ਪਿੱਛੇ ਨਹੀਂ ਹਟੇ। ਸੋ ਐਸੇ ਹੁਣ ਵੀ ਬੇਅੰਤ ਗੁਰੂ ਕੇ ਲਾਲ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ। ਇੱਥੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸਤਿਕਾਰਯੋਗ ਭਾਈ ਅਮਰੀਕ ਸਿੰਘ ਜੀ, ਗੁਰੂ ਕੇ ਪਿਆਰੇ ਭਾਈ ਸ਼ਵੇਗ ਸਿੰਘ ਜੀ, ਔਰ ਇਹ ਸੈਂਕੜੇ ਹੀ ਹੋਰ ਗੁਰੂ ਕੇ ਲਾਲ ਜਿਨ੍ਹਾਂ ਨੂੰ ਸਜਦਾ ਕਰਨ ਵਾਸਤੇ, ਯਾਦ ਕਰਨ ਵਾਸਤੇ ਤੁਸੀਂ ਆਏ ਹੋ। ਪਿਛਲੇ ਦਿਨਾਂ ਤੋਂ ਸ਼ਹਾਦਤਾਂ ਦੇ ਦਿਨ ਮਨਾ ਰਹੇ ਹੋ। ਸਾਰਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਹੈ। ਆਓ ਜੋ ਨਿੱਤ ਦੀ ਇੱਥੋਂ ਮਰਿਆਦਾ ਹੈ, ਸ਼੍ਰੀ ਮੁੱਖ ਵਾਕ ਦੀ ਵਿਚਾਰ, ਸਤਿਗੁਰੂ ਜੀ ਰਹਿਮਤ ਕਰਨ, ਸ਼ਬਦ ਦੇ ਨਾਲ ਜੁੜੀਏ। ਸ਼ਬਦ ਦੇ ਨਾਲ ਹੀ ਸਾਡਾ ਜਿਹੜਾ ਭਰੋਸਾ ਗੁਰੂ ਤੇ ਵੱਜਦਾ ਹੈ ਤੇ ਬੰਦੇ ਦੇ ਅੰਦਰ ਠਹਿਰਾਓ, ਇਕਾਗਰਤਾ ਪੈਦਾ ਹੁੰਦੀ ਹੈ, ਬੰਦਾ ਇੱਕ ਜਗ੍ਹਾ ਤੇ ਟਿਕਦਾ ਹੈ। ਗੁਰੂ ਕਿਰਪਾ ਕਰੇ, ਭਾਵਨਾ ਸਹਿਤ ਸ਼ਬਦ ਦੇ ਨਾਲ ਜੁੜੀਏ। ਇੱਕ ਵਾਰੀ ਸਾਰੀ ਸੰਗਤ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਰਦਾਨਾ ਪਹਿਲਾ। ਬਿਹਾਗੜਾ ਰਾਗ ਹੈ, ਜਿਸ ਵਿੱਚੋਂ ਅੱਜ ਅੰਮ੍ਰਿਤ ਵੇਲੇ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਉਪਦੇਸ਼ ਪ੍ਰਾਪਤ ਹੋਇਆ ਹੈ। ਬਿਹਾਗੜਾ ਰਾਗ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 7ਵੇਂ ਨੰਬਰ ਤੇ ਹੈ, ਔਰ ਬਿਲਾਵਲ ਰਾਗ ਦੇ ਇਹ ਬਿਲਕੁਲ ਨੇੜੇ ਹੈ। ਸਿਰਫ ਨਿਸ਼ਾਦ ਇੱਕ ਸਵਰ ਹੈ, ਉਹ ਇਹਦੇ ਵਿੱਚ ਕੋਮਲ ਲੱਗਦਾ ਹੈ ਤੇ ਇਹ ਬਿਹਾਗੜਾ ਬਣ ਜਾਂਦਾ ਹੈ। ਸੋ ਬਿਹਾਗੜੇ ਰਾਗ ਦੇ ਵਿੱਚ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼, ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਬਚਨ, ਔਰ ਸ਼ਲੋਕ ਮਹੱਲਾ, ਸ਼ਲੋਕ ਮਰਦਾਨਾ ਪਹਿਲਾ ਸ਼ਬਦ ਦਾ ਜਿਹੜਾ ਸਰਲੇਖ ਹੈ ਨਾ, ਉਹਦੇ ਉੱਪਰ ਦਰਜ ਹੈ ਮਰਦਾਨਾ ਪਹਿਲਾ। ਕਈ ਵਾਰੀ ਕੁਝ ਗੁਰੂ ਕੇ ਸਿੱਖ ਇਸ ਪਵਿੱਤਰ ਸ਼ਬਦ ਨੂੰ ਭਾਈ ਮਰਦਾਨਾ ਜੀ ਦਾ ਸ਼ਬਦ ਵੀ ਕਹਿੰਦੇ ਹਨ, ਪਰ ਨਹੀਂ, ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਦੇ ਹੋਏ ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਇਹ ਪਵਿੱਤਰ ਜਿਹੜਾ ਸ਼ਬਦ ਹੈ, ਇਹ ਸਰਲੇਖ ਹੈ, ਦਰਜ ਕੀਤਾ ਹੈ। ਮੈਂ ਕੁਝ ਟੀਕਿਆਂ ਨੂੰ, ਕੁਝ ਪੋਥੀਆਂ ਨੂੰ ਪੜ੍ਹ ਰਿਹਾ ਸੀਗਾ। ਤਕਰੀਬਨ ਵਿਦਵਾਨਾਂ ਦੀ ਇੱਥੇ ਹੀ ਸਹਿਮਤੀ ਹੈ ਕਿ ਇਹ ਸ਼ਬਦ ਜਿਹੜਾ ਹੈ ਇਹ ਭਾਈ ਮਰਦਾਨਾ ਜੀ ਦਾ ਨਹੀਂ, ਇਹ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਭਾਈ ਮਰਦਾਨਾ ਜੀ ਬਾਰੇ ਤੁਸੀਂ ਜਾਣਦੇ ਹੋ। ਹੁਣ ਭਾਈ ਮਰਦਾਨਾ ਜੀ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ, ਕਿਉਂਕਿ ਉਹਨਾਂ ਦਾ ਨਾਮ ਆਇਆ। ਤੇ ਜਦੋਂ ਮੈਂ ਇਤਿਹਾਸ ਪੜ੍ਹ ਰਿਹਾ ਸੀਗਾ, ਨਾਮ ਗੁਰੂ ਨਾਨਕ ਦੇਵ ਜੀ ਨੇ ਦਰਜ ਇਸ ਕਰਕੇ ਮਨ ਕਰਦਾ ਹੈ, ਖਿਆਲ ਆਇਆ ਕਿ ਇਸ ਕਰਕੇ ਹੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਦਾ ਨਾਂ ਇੱਥੇ ਦਰਜ ਕੀਤਾ ਹੈ, ਕਿਉਂਕਿ ਭਾਈ ਮਰਦਾਨਾ ਜੀ ਦੀ ਮਸ਼ੱਕਤ ਘਾਲਣਾ ਬਹੁਤ ਵੱਡੀ ਹੈ। ਜਦੋਂ ਬਾਬੇ ਨਾਨਕ ਨੇ ਸੰਸਾਰ ਦੀ ਯਾਤਰਾ ਆਰੰਭ ਕੀਤੀ ਨਾ, ਹੁਣ ਭਾਈ ਮਰਦਾਨਾ ਜੀ ਆਪਾਂ ਜਾਣਦੇ ਹਾਂ ਕਿ ਉਹ ਮਰਾਸੀਆਂ ਦੇ ਪਰਿਵਾਰ ਦੇ ਵਿੱਚੋਂ ਸਨ। ਮਰਾਸੀ ਸ਼ਬਦ ਕਿਉਂਕਿ ਜਿਹੜੀ ਕੋਈ ਉਹਨਾਂ ਦਾ ਪਰਿਵਾਰ ਹੈ, ਉਹ ਕਈ ਵਾਰੀ ਸ਼ਬਦ ਬੋਲਣਾ ਪੈਂਦਾ ਹੈ। ਕੰਮ ਸੀਗਾ, ਲੋਕਾਂ ਦੇ ਘਰੇ ਸਨੇਹ ਪੱਤਰ ਦੇਣੇ, ਸੱਦੇ ਦੇਣੇ, ਗਾਉਣਾ ਵਜਾਉਣਾ, ਇਸ ਤਰ੍ਹਾਂ ਦਾ ਕੰਮ ਸੀਗਾ। ਗਾਉਣ ਦਾ ਕੰਮ, ਸਾਜ਼ ਵਜਾਉਣ ਦਾ ਵਿਰਾਸਤ ਦੇ ਵਿੱਚੋਂ ਮਿਲਿਆ, ਘਰ ਦੇ ਵਿੱਚੋਂ ਮਿਲਿਆ ਹੈ। ਲੋਕਾਂ ਦੀ ਖੁਸ਼ਾਮਦ ਕਰਦੇ ਹਨ, ਲੋਕਾਂ ਦੀ ਵਡਿਆਈ ਕਰਦੇ ਹਨ ਗਾ ਗਾ ਕੇ ਸਾਜ਼ਾਂ ਦੇ ਨਾਲ। ਇੱਕ ਦਿਨ ਬਾਬੇ ਨਾਨਕ ਦੇ ਕੋਲ ਆਏ ਤੇ ਗੁਰੂ ਨਾਨਕ ਦੇਵ ਜੀ ਨੇ ਆਖਿਆ, ਮਰਦਾਨਿਆ ਆਪਾਂ ਮਾਲਕ ਦੀ ਉਸਤਤ ਕਰੀਏ, ਤੂੰ ਰਬਾਬ ਵਜਾ। ਗੁਰੂ ਨਾਨਕ ਦੇਵ ਜੀ ਦੇ ਰਬਾਬ ਦੇ ਨਾਲ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਹੈ। ਇਤਨਾ ਆਨੰਦ ਆਇਆ, ਇਤਨੀ ਪ੍ਰਸੰਨਤਾ ਆਈ, ਖੁਸ਼ ਹੋਏ। ਆਖਿਆ, ਬਾਬਾ ਕੀ ਗਾਇਆ ਹੈ? ਧੰਨ ਗੁਰੂ ਨਾਨਕ ਦੇਵ ਜੀ, ਇਹ ਭਾਈ ਪਰਮੇਸ਼ਰ ਦੀ ਵਡਿਆਈ ਹੈ, ਧੁਰ ਕੀ ਬਾਣੀ ਹੈ, ਅਕਾਲ ਪੁਰਖ ਦੀ ਬਾਣੀ ਹੈ। ਤੇ ਭਾਈ ਮਰਦਾਨਾ ਜੀ ਨੇ ਬਚਨ ਕੀਤਾ ਸੀ, ਬਾਬਾ ਮਨ ਕਰਦਾ ਹੈ ਇਹੀ ਵਡਿਆਈ ਕਰਦਿਆਂ ਕਰਦਿਆਂ ਸਾਰੀ ਜ਼ਿੰਦਗੀ ਲੰਘ ਜਾਵੇ। ਗੁਰੂ ਨਾਨਕ ਦੇਵ ਜੀ ਨੇ ਆਖਿਆ, ਕਹਿਣ ਲੱਗੇ, ਭਾਈ ਮਰਦਾਨਾ ਜੀ ਚੰਗੀ ਗੱਲ ਹੈ, ਸਾਰੀ ਜ਼ਿੰਦਗੀ ਜਿਹਦੀ ਪਰਮਾਤਮਾ ਦੀ ਉਸਤਤ ਵਿੱਚ ਲੰਘੇ, ਉਹਨੂੰ ਹੋਰ ਚਾਹੀਦਾ ਵੀ ਕੀ ਹੈ। ਤੇ ਗਰੀਬ ਨਿਵਾਜ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਪਾਤਸ਼ਾਹ
ਇੰਜ ਕਰੋ, ਮੈਨੂੰ ਸਾਰੀ ਜ਼ਿੰਦਗੀ ਵਾਸਤੇ ਆਪਣਾ ਸਾਥੀ ਬਣਾ ਲਓ, ਆਪਾਂ ਉਸਤਤ ਕਰਦੇ ਰਹੀਏ, ਵਡਿਆਈ ਕਰਦੇ ਰਹੀਏ, ਮੈਂ ਤੁਹਾਡੇ ਨਾਲ ਹੀ ਰਵਾਂਗਾ। ਉੱਥੇ ਫਿਰ ਧੰਨ ਗੁਰੂ ਨਾਨਕ ਦੇਵ ਜੀ ਦੇ 3 ਬਚਨ ਗੁਰਮੁਖੋਂ ਧਿਆਨ ਦੇਣ ਵਾਲੇ ਹਨ। ਕਹਿਣ ਲੱਗੇ ਭਾਈ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ, ਮਰਦਾਨਿਆ ਅਸੀਂ ਤੈਨੂੰ ਨਾ ਆਪਣੇ ਨਾਲ ਰੱਖਾਂਗੇ, ਪਰ 3 ਬਚਨ ਜਿਹੜੇ ਸਾਡੇ ਹਨ ਉਹ ਤੁਹਾਨੂੰ ਧਾਰਨ ਕਰਨੇ ਪੈਣਗੇ, ਮੰਨਣੇ ਪੈਣਗੇ। ਬਾਬਾ ਕਿਹੜੇ 3 ਬਚਨ? ਮੈਂ ਹਰ ਹੁਕਮ ਮੰਨਣ ਵਾਸਤੇ ਤਿਆਰ ਹਾਂ। ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ, ਭਾਈ ਮਰਦਾਨਾ ਜੀ ਇੱਕ ਤਾਂ ਕੇਸ ਰੱਖੋ ਤੇ ਦਸਤਾਰ ਸਜਾਇਆ ਕਰੋ। ਪਹਿਲਾਂ ਉਹ ਟੋਪੀ ਪਹਿਨਦੇ ਸਨ, ਇਹਦਾ ਮਤਲਬ ਹੈ ਕੇਸ ਪਹਿਲਾਂ ਨਹੀਂ ਹੋਣਗੇ। ਇਹ ਜਨਮ ਸਾਖੀ ਦੇ ਵਿੱਚ ਜ਼ਿਕਰ ਹੈ। ਪਹਿਲਾ ਬਚਨ ਸੀਗਾ ਕੇਸ ਰੱਖੋ ਤੇ ਦਸਤਾਰ ਸਜਾਓ। ਜ਼ਰੂਰੀ ਹੈ ਦਸਤਾਰ, ਗੁਰੂ ਕੇ ਸਿੱਖੋ ਕਹਿ ਨਾ ਦਿਆ ਕਰੋ ਕਿ ਅਸੀਂ ਅੰਦਰੋਂ ਸਾਫ਼ ਹਾਂ, ਫਿਰ ਕੀ ਹੈ। ਨਹੀਂ, ਦਸਤਾਰ ਜ਼ਰੂਰੀ ਹੈ, ਕੇਸ ਜ਼ਰੂਰੀ ਹਨ। ਸਿੱਖ ਹੈ, ਬਾਬੇ ਨਾਨਕ ਦਾ ਵਚਨ ਹੈ। ਭਾਵੇਂ ਅਸੀਂ ਕਹਿੰਦੇ ਹਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਸਿੱਖਾਂ ਨੂੰ, ਕੇਸ ਉਹਨਾਂ ਨੇ ਕਕਾਰ ਬਖਸ਼ਿਆ, ਪਰ ਨਹੀਂ, ਇਹ ਕਕਾਰ ਗੁਰੂ ਨਾਨਕ ਦੇਵ ਜੀ ਨੇ ਵੀ ਬਖਸ਼ਿਆ ਹੈ। ਸ਼ੁਰੂ ਤੋਂ ਹੀ ਇਹ ਉਪਦੇਸ਼ ਸਿੱਖਾਂ ਨੂੰ ਹੁੰਦਾ ਆਇਆ ਹੈ। ਕਹਿਣ ਲੱਗੇ ਮਰਦਾਨਿਆ ਪਹਿਲਾ ਬਚਨ ਹੈ ਕਿ ਦਸਤਾਰ ਸਜਾਉਣੀ ਹੈ, ਕੇਸ ਰੱਖਣੇ ਹਨ। ਤੇ ਦੂਸਰਾ ਬਚਨ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬੰਦਗੀ ਕਰਨੀ ਹੈ, ਧਰਮਸ਼ਾਲਾ ਦੇ ਵਿੱਚ ਹਾਜ਼ਰੀ ਭਰਨੀ ਹੈ। ਆ ਤੁਸੀਂ ਬੈਠੇ ਹੋ, ਹਾਜ਼ਰੀਆਂ ਭਰ ਰਹੇ ਹੋ, ਅੰਮ੍ਰਿਤ ਵੇਲੇ ਆਏ ਹੋ। ਤੇ ਤੀਸਰਾ ਬਚਨ ਹੈ ਮਰਦਾਨਿਆ ਜਦੋਂ ਕਿਤੇ ਲੋੜ ਪਵੇ, ਮੁਸੀਬਤ ਬਣੇ, ਕਿਸੇ ਤੇ ਭੀੜ ਪਵੇ ਤਾਂ ਉਹਦੀ ਸਹਾਇਤਾ ਕਰਨੀ ਹੈ, ਮਦਦ ਕਰਨੀ ਹੈ। ਬਾਬਾ ਮੈਂ 3 ਬਚਨ ਤੁਹਾਡੇ ਯਾਦ ਰੱਖਾਂਗਾ, ਜ਼ਿੰਦਗੀ 'ਚ ਧਾਰਨ ਕਰਾਂਗਾ, ਮੈਨੂੰ ਆਪਣੇ ਨਾਲ ਰੱਖੋ। ਫਿਰ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਨੂੰ ਸਾਰੀ ਜ਼ਿੰਦਗੀ ਆਪਣੇ ਨਾਲ ਰੱਖਿਆ ਹੈ। ਅੱਜ ਵੀ ਸਿੱਖ ਇਹ 3 ਬਚਨ ਗੁਰੂ ਨਾਨਕ ਦੇਵ ਜੀ ਦੇ ਧਾਰਨ ਕਰ ਲਵੇ ਤੇ ਉਹ ਸਾਰੀਆਂ ਖੁਸ਼ੀਆਂ ਗੁਰੂ ਕੀਆਂ ਪ੍ਰਾਪਤ ਕਰ ਸਕਦਾ ਹੈ ਅੱਜ ਵੀ। ਸੋ ਭਾਈ ਮਰਦਾਨਾ ਜੀ ਨੇ, ਮੀਂਹ ਦਾ ਸਮਾਂ ਹੈ, ਹਨੇਰੀ ਹੈ, ਝੱਖੜ ਹੈ, ਕਈ ਦਿਨ ਭੁੱਖਿਆਂ ਰਹਿਣਾ ਪਿਆ ਹੈ, ਜੰਗਲੀ ਸਫ਼ਰ ਹੈ, ਪੈਰਾਂ ਦੇ ਵਿੱਚ ਚਰਨਾਂ ਦੇ ਵਿੱਚ ਕੰਡੇ ਵੀ ਵੱਜੇ ਹੋਣਗੇ, ਬੜੀਆਂ ਬਿਪਤਾਵਾਂ, ਜੰਗਲੀ ਜਾਨਵਰ, ਕਈ ਦਿਨ ਪਿੰਡ ਨਹੀਂ ਸੀ ਆਉਂਦਾ। ਗੁਰੂ ਨਾਨਕ ਦੇਵ ਜੀ 12 ਸਾਲ ਦੀ ਉਦਾਸੀ ਕਰਦੇ ਪਏ ਹਨ ਤੇ ਲੰਮਾ ਸਮਾਂ ਪਿੰਡ ਹੀ ਨਹੀਂ ਆ ਰਿਹਾ, ਪਰ ਭਾਈ ਮਰਦਾਨਾ ਜੀ ਹਮੇਸ਼ਾ ਹੀ ਆਪਣੇ ਸਾਥੀ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ ਹਨ। ਤੇ ਗੁਰਮੁਖੋ ਮੈਂ ਇਹ ਬਚਨ ਹੁਣ ਲੰਮਾ ਨਾ ਕਰਾਂ ਕਿਉਂਕਿ ਆਪਾਂ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਹੈ। ਭਾਈ ਮਰਦਾਨਾ ਜੀ ਨੇ, ਜ਼ਿਆਦਾਤਰ ਵਿਦਵਾਨਾਂ ਨੇ ਲਿਖਿਆ ਕਿ 47 ਸਾਲ ਗੁਰੂ ਨਾਨਕ ਦੇਵ ਜੀ ਦੇ ਨਾਲ ਰਬਾਬ ਦੀ ਸੇਵਾ ਕੀਤੀ ਹੈ ਭਾਈ ਮਰਦਾਨਾ ਜੀ ਨੇ। ਮੈਂ ਹੁਣ ਇਹ ਸ਼ਬਦ ਸਾਂਝਾ ਕਰਨ ਲੱਗਾ ਕਿ ਭਾਈ ਮਰਦਾਨਾ ਜੀ ਦਾ ਨਾਮ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕਿਉਂ ਲਿਖਿਆ ਹੈ। ਹੁਣ ਇਤਨੀ ਲੰਬੀ ਸਮਾਂ ਰਬਾਬ ਵਜਾਈ ਹੈ, ਸੇਵਾ ਕੀਤੀ ਹੈ, ਕੀਰਤਨ ਕੀਤਾ ਹੈ, ਔਰ ਉਸ ਵੇਲੇ ਫਿਰ ਨਾ ਜਦੋਂ ਭਾਈ ਮਰਦਾਨਾ ਜੀ ਦਾ ਅਖੀਰਲਾ ਸਮਾਂ ਆਇਆ ਤੇ ਉਦੋਂ ਗੁਰੂ ਨਾਨਕ ਦੇਵ ਜੀ ਜਗਤ ਜਲੰਦੇ ਨੂੰ ਤਾਰਦੇ ਹੋਏ ਅਫਗਾਨਿਸਤਾਨ ਦੇ ਵਿੱਚ ਸੀਗੇ। ਇੱਕ ਨਗਰ ਆਇਆ ਕੁਰਮ, ਤੇ ਉੱਥੇ ਦਰਿਆ ਦੇ ਕੰਢੇ ਤੇ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਮਾਲਕ ਦੀ ਉਸਤਤ ਕੀਤੀ ਹੈ। ਤੇ ਪਰਮੇਸ਼ਰ ਦੇ ਪਿਆਰਿਆਂ ਨੂੰ ਪਹਿਲਾਂ ਹੀ ਸੁਨੇਹਾ ਆ ਜਾਂਦਾ ਹੈ, ਪਤਾ ਲੱਗ ਜਾਂਦਾ ਹੈ ਕਿ ਹੁਣ ਸਾਡਾ ਅਖੀਰਲਾ ਸਮਾਂ ਹੈ। ਭਾਈ ਮਰਦਾਨੇ ਨੇ ਹੱਥ ਜੋੜੇ, ਹੇ ਬਾਬਾ ਮੇਰੀ ਸੰਸਾਰਿਕ ਯਾਤਰਾ ਪੂਰੀ ਹੋਣ ਵਾਲੀ ਹੈ, ਮੈਂ ਇੱਥੋਂ ਹੁਣ ਤੁਹਾਡਾ ਸਾਥ, ਹੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਸਰੀਰ ਕਰਕੇ ਮੇਰਾ ਇਤਨਾ ਹੀ ਸੀਗਾ, ਹੁਣ ਮੈਂ ਜਾਣ ਲੱਗਿਆ ਹਾਂ, ਮੈਨੂੰ ਆਗਿਆ ਬਖਸ਼ੋ। ਭਾਈ ਮਰਦਾਨਾ ਜੀ, ਗੁਰੂ ਨਾਨਕ ਦੇਵ ਜੀ ਬੜੇ ਸ਼ਾਂਤ ਹੋਏ, ਆਪਣੇ ਸੇਵਕ ਤੇ ਖੁਸ਼ ਵੀ ਬੜੇ ਹਨ, ਪ੍ਰਸੰਨ ਵੀ ਬੜੇ ਹਨ। ਆਖਣ ਲੱਗੇ ਮਰਦਾਨਿਆ ਬਹੁਤ ਵੱਡੀ ਸੇਵਾ ਕੀਤੀ ਹੈ, ਤੇਰਾ ਜਗਤ ਦੇ ਵਿੱਚ ਨਾਮ ਰਵੇ, ਇਸਲਾਮ ਲਾਇਆ ਜਾਂਦਾ ਹੈ, ਵੱਖਰੇ ਧਰਮਾਂ ਦੇ ਮੁਤਾਬਕ। ਤੇ ਜਿਹੜੇ ਵੈਸ਼ ਲੋਕ ਹਨ ਉਹ ਸਰੀਰ ਨੂੰ ਇਸੇ ਤਰ੍ਹਾਂ ਖੁੱਲ੍ਹਾ ਛੱਡ ਦਿੰਦੇ ਹਨ। ਮਰਦਾਨਿਆ ਕੀ ਤੇਰੇ ਸਰੀਰ ਜਾਣ ਤੋਂ ਬਾਅਦ ਇੱਥੇ ਸਰੀਰ ਦਫਨ ਕਰਕੇ ਤੇ 4 ਇੱਟਾਂ ਲਾ ਕੇ ਯਾਦਗਾਰ ਬਣਾ ਦਈਏ? ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਸਾਰੀ ਜ਼ਿੰਦਗੀ ਦੁਨੀਆ ਨੂੰ ਸ਼ਬਦ ਦੇ ਨਾਲ ਜੋੜਿਆ ਹੈ, ਇਤਨਾ ਵੱਡਾ ਤੁਹਾਡੇ ਕੋਲ ਗਿਆਨ ਹੈ, ਤੇ ਬਾਬਾ ਇਸ ਜਿਹੜਾ ਆ ਸਰੀਰ ਮਿਲਿਆ ਹੈ ਹੁਣ ਆਤਮਾ ਇਹ 'ਚੋਂ ਉਡਾਰੀ ਮਾਰ ਕੇ ਤੁਹਾਡੇ ਚਰਨਾਂ ਦੇ ਵਿੱਚ ਜਾਣੀ ਹੈ। ਪਾਤਸ਼ਾਹ ਮੇਰਾ ਜੀਵਨ ਸਫਲ ਹੋਣਾ ਹੈ, ਸੰਸਾਰ ਯਾਤਰਾ ਸਫਲ ਹੋਣੀ ਹੈ, ਤੇ ਮੈਨੂੰ ਇਸ ਮਿੱਟੀ ਦੇ ਵਿੱਚੋਂ ਕੱਢ ਕੇ ਤੇ ਦੂਜੀ ਮਿੱਟੀ ਦੇ ਵਿੱਚ ਪਾਉਣ ਲੱਗੇ ਹੋ, ਕਬਰਾਂ ਦੇ ਵਿੱਚ ਬੰਦ ਕਰਨ ਲੱਗੇ ਹੋ, ਇੱਟਾਂ ਦੇ ਵਿੱਚ? ਨਹੀਂ ਬਾਬਾ, ਸਭ ਤੋਂ ਚੰਗੀ ਜਿਹੜੀ ਚੀਜ਼ ਹੈ ਤੁਹਾਡੇ ਚਰਨ ਹਨ, ਜੇ ਮੈਨੂੰ ਪਨਾਹ ਦੇਣੀ ਹੈ
ਤੇ ਜੇ ਮੇਰੇ ਆ ਜੀਵਨ ਸਫਲ ਲੱਗਿਆ ਤੁਹਾਨੂੰ ਤੇ ਆਪਣੇ ਚਰਨਾਂ ਦੇ ਵਿੱਚ ਪਨਾਹ ਦਿਓ, ਆਪਣੇ ਚਰਨਾਂ ਦੇ ਵਿੱਚ ਮੈਨੂੰ ਆਪਣੇ ਨਾਲ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਬਖਸ਼ੋ। ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਮਰਦਾਨਿਆ ਬਹੁਤ ਵੱਡਾ ਤੈਨੂੰ ਗਿਆਨ ਹੈ, ਬ੍ਰਹਮ ਗਿਆਨ ਹੋ ਗਿਆ ਹੈ। ਕਿੱਥੋਂ ਪ੍ਰਾਪਤ ਹੋਇਆ? ਕਹਿਣ ਲੱਗੇ, ਬਾਬਾ ਤੁਸੀਂ ਬ੍ਰਹਮ ਗਿਆਨੀ ਹੋ ਤੇ ਤੁਹਾਡੇ ਨਾਲ ਰਹਿ ਕਰਕੇ ਤੁਹਾਡੇ ਤੋਂ ਹੀ ਇਹ ਜਿਹੜੀ ਸਮਝ, ਇਹ ਗਿਆਨ ਮਿਲਿਆ ਹੈ। ਅੱਜ ਵੀ ਮੁਸਲਮਾਨ ਧਰਮ ਦੇ ਵਿੱਚ ਭਾਵੇਂ ਉਹ ਜਗ੍ਹਾ ਬਣਾ ਕੇ ਇੱਟਾਂ ਲਾ ਕੇ ਤੇ ਉਹਨੂੰ ਪੂਜਿਆ ਜਾਂਦਾ ਹੈ। ਮੁਸਲਮਾਨ ਧਰਮ ਦੇ ਵਿੱਚ 5 ਚੀਜ਼ਾਂ ਹਨ ਜਿਹੜੀਆਂ ਬਹੁਤ ਬੁਰੀਆਂ ਕਹੀਆਂ ਗਈਆਂ, ਮਨਾਹੀ ਕੀਤੀ ਗਈ, ਨਿਖੇਧੀ ਕੀਤੀ ਗਈ ਹੈ। ਉਹਦੇ ਵਿੱਚ ਕਿਸੇ ਦੀ ਕਬਰ ਬਣਾ ਕੇ ਪੂਜਣਾ ਇਹ ਸਭ ਤੋਂ ਵੱਡਾ ਗੁਨਾਹ ਹੈ। ਸੱਚਾ ਮੁਸਲਮਾਨ ਨਹੀਂ ਜੇ ਪੂਜਦਾ, ਪਰ ਅੱਜ ਭੁੱਲੇ ਹੋਏ ਕਈ ਸਿੱਖ ਕਬਰਾਂ ਬਣਾ ਬਣਾ ਕੇ ਦੀਵੇ ਜਗਾ ਰਹੇ ਹਨ। ਸੋ ਗੁਰੂ ਕਿਰਪਾ ਕਰੇ, ਸਾਨੂੰ ਭਾਈ ਮਰਦਾਨਾ ਜੀ ਤੋਂ ਸਮਝ ਲੈਣੀ ਚਾਹੀਦੀ ਹੈ। ਗੁਰੂ ਨਾਨਕ ਦੇਵ ਜੀ ਤੋਂ ਸਿੱਖਾ, ਕੇਵਲ ਸ਼ਬਦ ਦੇ ਨਾਲ ਜੁੜ। ਜਗ੍ਹਾ ਲੈਣੀ ਹੈ ਤੇ ਗੁਰੂ ਕੇ ਚਰਨਾਂ ਦੇ ਵਿੱਚ ਜਗ੍ਹਾ ਮੰਗ, ਗੁਰੂ ਕੇ ਚਰਨਾਂ ਦੇ ਵਿੱਚ। ਭਾਈ ਮਰਦਾਨਾ ਜੀ ਨੇ ਜਦੋਂ ਸਰੀਰ ਛੱਡਿਆ, ਬਾਬੇ ਨਾਨਕ ਨੇ ਆਪਣੇ ਹੱਥੀਂ ਆਪਣੇ ਸਾਥੀ ਦਾ ਉੱਥੇ ਸੰਸਕਾਰ ਕੀਤਾ ਹੈ ਔਰ ਉਹਦਾ ਜੀਵਨ ਸਫਲ ਹੋਇਆ। ਕਿਤਨੇ ਨਸੀਬਾਂ ਵਾਲੇ ਸਨ, ਕਿਤਨੇ ਖੁਸ਼ਕਿਸਮਤ ਸਨ ਭਾਈ ਮਰਦਾਨਾ ਜੀ, ਜਿਨ੍ਹਾਂ ਨੂੰ ਬਾਬੇ ਨਾਨਕ ਦੀ ਇੰਨੀ ਸੰਗਤ ਪ੍ਰਾਪਤ ਹੋਈ। ਤੇ ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵੀ ਕੀਤਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸੋ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ ਤੇ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਜਦੋਂ ਉਹਨਾਂ ਨੇ ਸਰੀਰ ਛੱਡ ਦਿੱਤਾ ਨਾ, ਉਹਨਾਂ ਦਾ ਫਿਰ ਜਿਹੜਾ ਨਾਮ ਹੈ, ਉਹਨਾਂ ਦੀ ਯਾਦ ਇੱਟਾਂ ਕਰਕੇ ਤੇ ਨਹੀਂ ਬਣਾਈ, ਉਹ ਕਬਰ ਤਾਂ ਨਹੀਂ ਬਣਾਈ ਗੁਰੂ ਨਾਨਕ ਦੇਵ ਜੀ ਨੇ, ਪਰ ਮੈਨੂੰ ਇੰਜ ਲੱਗ ਰਿਹਾ ਹੈ ਉਹਨਾਂ ਦੀ ਯਾਦ ਫਿਰ ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ ਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਣਾਈ ਹੈ। ਉਹਨਾਂ ਸ਼ਬਦ ਲਿਖਿਆ, ਸ਼ਲੋਕ ਮਰਦਾਨਾ ਪਹਿਲਾ, ਮਰਦਾਨੇ ਨੂੰ ਸੰਬੋਧਨ ਕਰਦਿਆਂ ਹੋਇਆਂ ਧੰਨ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਸ਼ਬਦ ਹੈ। ਕਲ ਕਲਵਾਲੀ ਕਾਮ ਮਦ ਮਨੁਆ ਪੀਵਨ ਹਾਰ। ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਦਾ ਬਚਨ, ਕਲਯੁਗੀ ਜਿਹੜੀ ਬਿਰਤੀ ਹੈ ਗੁਰਮੁਖੋ, ਇਹ ਜਿਹੜਾ ਸ਼ਬਦ ਹੈ ਨਾ ਅੱਜ ਦਾ, ਜੋ ਸਾਨੂੰ ਸਤਿਗੁਰਾਂ ਨੇ ਹੁਕਮ ਕੀਤਾ ਹੈ, ਅੱਜ ਦਾ ਜਿਹੜਾ ਸ਼ਬਦ ਹੈ ਸਤਿਗੁਰਾਂ ਨੇ ਜ਼ਿਕਰ ਕੀਤਾ ਕਿ ਆ ਜਿਹੜਾ ਝੂਠੀ ਦੁਨਿਆਵੀ ਨਸ਼ਾ ਹੈ ਨਾ, ਨਸ਼ਾ ਪੁਰਾਣੇ ਸਮੇਂ ਦੇ ਵਿੱਚ ਬਹੁਤ ਲੋਕ ਕਰਿਆ ਕਰਦੇ ਸਨ, ਹੁਣ ਵੀ ਅੱਜ ਤੱਕ ਕਿਤੇ ਉਹ ਤੋਂ ਵੀ ਭਿਆਨਕ ਨਸ਼ੇ ਆ ਗਏ ਹਨ। ਪਹਿਲਾਂ ਸਗੋਂ ਨਸ਼ੇ ਤਾਂ ਜ਼ਰੂਰ ਸਨ, ਪਰ ਉਹਨਾਂ ਦਾ ਰੂਪ ਇਤਨਾ ਭਿਆਨਕ ਨਹੀਂ ਸੀਗਾ ਜਿਤਨਾ ਅੱਜ ਹੈ। ਨੌਜਵਾਨ ਕੋਈ ਕਿਤੇ ਟੀਕਾ ਲਾ ਕੇ ਪਿਆ ਹੈ, ਕੋਈ ਕਿਤੇ ਪਿਆ ਹੈ, ਕੋਈ ਕਿਤੇ ਪਿਆ ਹੈ। ਸਰਕਾਰਾਂ ਆ ਰਹੀਆਂ ਹਨ, ਲਾਰੇ ਲਾ ਰਹੀਆਂ ਹਨ, ਪਰ ਉਹ ਉਨੀ ਕਾਰਵਾਈ ਹੁੰਦੀ ਨਹੀਂ ਹੈ ਕਿ ਸਾਡੀ ਨੌਜਵਾਨੀ ਬਚ ਸਕੇ। ਇਹ ਜਿਹੜਾ ਨਸ਼ਾ ਹੈ ਸ਼ੁਰੂ ਤੋਂ ਹੀ, ਭਾਵੇਂ ਕਈ ਧਾਰਮਿਕ ਸੰਪਰਦਾਵਾਂ ਦੇ ਵਿੱਚ ਕੁਝ ਚੀਜ਼ਾਂ ਉਹ ਸੇਵਨ ਕਰਦੇ ਸਨ, ਪਰ ਗੁਰਮਤਿ ਦੇ ਵਿੱਚ, ਗੁਰਬਾਣੀ ਦੇ ਵਿੱਚ ਇਹਦੀ ਸਖਤ ਮਨਾਹੀ ਕੀਤੀ ਗਈ ਹੈ ਆਰੰਭ ਤੋਂ ਹੀ। ਔਰ ਇੱਕ ਵਾਰੀ ਦੇਖੋ, ਭਰਥਰੀ ਜੋਗੀ ਜਿਹੜਾ ਸੀਗਾ ਨਾ, ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਹੋਏ ਗਏ, ਉਹਨੇ ਪਿਆਲਾ ਰੱਖ ਦਿੱਤਾ ਅੱਗੇ। ਦੋ ਨੇ ਸਵਾਲ ਕੀਤੇ ਸਨ, ਇੱਕ ਚਲੋ ਸ਼ਬਦ ਜਿਹੜਾ ਉਹ ਸਹਿਜ ਯੋਗ ਦੇ ਨਾਲ ਸੰਬੰਧਿਤ ਸੀਗਾ, ਉਹ ਸਾਡਾ ਵਿਸ਼ਾ ਨਹੀਂ ਹੈ। ਦੂਜਾ ਇਹ ਸੀਗਾ, ਬਾਬਾ ਆਹ ਪਿਆਲਾ ਹੈ ਸ਼ਰਾਬ ਦਾ, ਅਸੀਂ ਸੇਵਨ ਕਰਦੇ ਹਾਂ, ਪੀਂਦੇ ਹਾਂ ਤੇ ਕੁਝ ਪੈਰ ਸਰੂਰ ਚੜ੍ਹ ਜਾਂਦਾ ਹੈ, ਧਿਆਨ ਮਾਲਕ ਦੇ ਚਰਨਾਂ ਦੇ ਨਾਲ ਲੱਗ ਜਾਂਦਾ, ਇੱਕਮਿਕਤਾ ਹੁੰਦੀ ਹੈ। ਬਾਬਾ ਅਸੀਂ ਇਹ ਪੀਂਦੇ ਹਾਂ, ਤੁਸੀਂ ਵੀ ਛਕੋ। ਤੇ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਸੀ, ਕਹਿਣ ਲੱਗੇ, ਇਹ ਭਰਥਰੀ, ਇਹ ਝੂਠੇ ਜਿਹੜੇ ਨਸ਼ੇ ਹਨ, ਕੁਝ ਕੁ ਸਮੇਂ ਤੁਹਾਨੂੰ ਸਰੂਰ ਚੜ੍ਹਦਾ ਹੈ, ਇਹ ਨਸ਼ੇ ਝੂਠੇ ਹਨ। ਝੂਠਾ ਮਦ ਮੂਲ ਨਾ ਪੀਚੇ ਜੇ ਕਾ ਪਾਰ ਵਸਾਏ। ਕਹਿਣ ਲੱਗੇ ਕਿ ਭਾਈ ਇਹ ਝੂਠਾ ਨਸ਼ਾ ਬੰਦੇ ਨੇ ਭੁੱਲ ਕੇ ਵੀ ਨਹੀਂ ਕਰਨਾ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਦੇ ਬਚਨ ਸਨ। ਕਹਿਣ ਲੱਗੇ ਕਿ ਭਾਈ ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਾ ਸਿਪਾਹੀ ਹੈ। ਇਹ ਸ਼ਬਦ ਸਾਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ। ਕਹਿਣ ਲੱਗੇ ਭਾਈ ਝੂਠੇ ਨਸ਼ਿਆਂ ਦੇ ਵਿੱਚ ਇਹ ਬਾਟਾ ਪੀ ਕੇ ਤੇ ਕੁਝ ਸਮਾਂ ਸਮਾਧੀ ਲਾ ਕੇ ਤੇ ਆਖਣਾ ਮੈਂ ਭਗਤ ਹਾਂ। ਸਾਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ, ਇਹ ਨਸ਼ੇ ਛੱਡ ਕੇ ਤੇ ਬੰਦਗੀ ਦੇ ਵਿੱਚੋਂ ਪ੍ਰੇਮ ਦਾ ਜਿਹੜਾ ਰਸ ਹੈ ਉਹ ਪ੍ਰਾਪਤ ਕਰੋ। ਉਹ ਜਦੋਂ ਆਨੰਦ ਆਏਗਾ ਨਾ, ਫਿਰ ਇਹ ਦੁਨਿਆਵੀ ਜਿਹੜੇ ਨਸ਼ੇ ਹਨ ਇਹ ਭੁੱਲ ਜਾਣਗੇ, ਇਹ ਵਿਸਰ ਜਾਣਗੇ। ਸਾਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਭਰਥਰੀ ਜੋਗੀ ਨੂੰ ਵੀ ਹਟਾਇਆ ਸੀਗਾ, ਉਹਨੂੰ ਵੀ ਮਾਲਕ ਦੀ ਬੰਦਗੀ ਦੇ ਵਿੱਚੋਂ ਆਨੰਦ ਲੈਣ ਵਾਸਤੇ ਹੁਕਮ ਕੀਤਾ ਸੀਗਾ। ਔਰ ਇੱਥੇ ਫਿਰ ਸਾਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਦਾ ਉਸੇ ਹੀ ਵਿਸ਼ੇ ਦੇ ਨਾਲ ਇਹ ਰਲਦਾ ਹੋਇਆ ਸ਼ਬਦ ਹੈ। ਕਹਿਣ ਲੱਗੇ, ਕਲ ਕਲਵਾਲੀ,
ਇਹ ਜਿਹੜੀ ਕਲਯੁਗੀ ਮੱਤ ਹੈ ਨਾ, ਝੂਠੀਆਂ ਚੀਜ਼ਾਂ ਦੇ ਵਿੱਚ ਖਚਤ ਹੋਈ, ਇਹ ਭੱਠੀ ਬਣ ਗਈ। ਤੇ ਕਾਮ ਮਦ ਕਹਿਣ ਲੱਗੇ ਕਿ ਭਾਈ ਜਦੋਂ ਬੰਦਾ ਨਸ਼ਾ ਕਰ ਲੈਂਦਾ ਨਾ ਸ਼ਰਾਬ ਦਾ, ਉਹਦੀ ਬਿਰਤੀ ਫਿਰ ਵਿਸ਼ੇ ਵਿਕਾਰਾਂ ਵਾਲੀ ਕਾਮ ਵਾਲੀ ਬਿਰਤੀ ਹੋ ਜਾਂਦੀ ਹੈ। ਤੇ ਗਰੀਬਨ ਆਵਾਜ਼ ਨੇ ਫਿਰ ਬਚਨ ਕੀਤਾ, ਕਹਿਣ ਲੱਗੇ ਮਨੁਆ ਪੀਵਨ ਹਾਰ। ਇਹ ਜਿਹੜਾ ਮਨ ਹੈ ਬੜਾ ਚੰਚਲ ਹੈ, ਡੋਲਦਾ ਹੈ, ਤੇ ਕਲਯੁਗੀ ਬਿਰਤੀ ਹੈ। ਤੇ ਝੂਠੇ ਨਸ਼ਿਆਂ ਦੇ ਵਿੱਚ ਸ਼ਰਾਬ ਦਾ ਸੇਵਨ ਕਰਕੇ ਤੇ ਮਨ ਜਿਹੜਾ ਹੈ ਉਹ ਦੁਨਿਆਵੀ ਰਸ ਕਸ ਪ੍ਰਾਪਤ ਕਰ ਰਿਹਾ ਹੈ। ਕਲਯੁਗੀ ਜਿਹੜਾ ਬੰਦਾ ਹੈ ਪਰਮਾਤਮਾ ਦੀ ਬੰਦਗੀ ਨੂੰ ਛੱਡ ਕੇ ਝੂਠੇ ਨਸ਼ਿਆਂ ਦੇ ਵਿੱਚ ਖਚਤ ਹੈ। ਕ੍ਰੋਧ ਕਟੋਰੀ ਮੋਹ ਭਰੀ ਪੀ ਲਾਵਾ ਅਹੰਕਾਰ। ਤੇ ਕ੍ਰੋਧ ਦੀ ਕਟੋਰੀ ਹੈ, ਛੋਟਾ ਜਿਹਾ ਜਿਹੜਾ ਬਰਤਨ ਹੈ। ਕਹਿਣ ਲੱਗੇ ਜਦੋਂ ਬੰਦਾ ਵਿਸ਼ੇ ਵਿਕਾਰਾਂ ਦੇ ਵਿੱਚ ਪੈ ਜਾਵੇ ਫਿਰ ਉਹਦੇ ਅੰਦਰ ਕ੍ਰੋਧ ਵੀ ਪ੍ਰਗਟ ਹੁੰਦਾ ਹੈ। ਨਸ਼ਿਆਂ ਦੇ ਵਿੱਚੋਂ ਕ੍ਰੋਧ ਵੀ ਜਨਮ ਲੈਂਦਾ ਹੈ। ਕ੍ਰੋਧ ਕਟੋਰੀ ਤੇ ਮੋਹ ਭਰੀ, ਜਿਵੇਂ ਕਟੋਰੀ ਸ਼ਰਾਬ ਦੇ ਨਾਲ ਜਾਂ ਕਿਸੇ ਹੋਰ ਚੀਜ਼ ਦੇ ਨਾਲ, ਨਸ਼ੇ ਦੇ ਨਾਲ ਭਰੀ ਹੋਵੇ, ਇਸ ਤਰ੍ਹਾਂ ਕਹਿਣ ਲੱਗੇ ਜਿਹੜਾ ਬੰਦਾ ਹੈ ਕਲਯੁਗ ਦੇ ਸਮੇਂ ਦੇ ਵਿੱਚ ਮੋਹ ਦੇ ਨਾਲ ਭਰਿਆ ਹੋਇਆ ਹੈ। ਤੇ ਕਹਿਣ ਲੱਗੇ ਪੀ ਲਾਵਾ ਅਹੰਕਾਰ, ਜਿਹੜਾ ਮਨੁੱਖ ਦੇ ਅੰਦਰ ਹੰਕਾਰ ਹੈ ਨਾ, ਹੰਕਾਰ ਕਿ ਮੇਰੇ ਕੋਲ ਆ ਹੈ, ਮੇਰੇ ਕੋਲ ਇਤਨੀ ਤਾਕਤ ਹੈ, ਇਹ ਜਿਹੜਾ ਹੰਕਾਰ ਹੈ, ਹੰਕਾਰ ਵਾਲੀ ਬਿਰਤੀ ਹੈ, ਇਹ ਬੰਦੇ ਤੋਂ ਗੁਨਾਹ ਕਰਾ ਰਹੀ ਹੈ। ਗੁਨਾਹ, ਬੰਦੇ ਕੋਲ ਤਾਕਤ ਆ ਜਾਵੇ ਨਾ ਤੇ ਹੰਕਾਰ ਹੋ ਹੀ ਜਾਂਦਾ ਹੈ। ਫਿਰ ਬੰਦਾ ਜਦੋਂ ਹੰਕਾਰੀ ਹੋ ਜਾਵੇ ਫਿਰ ਵਾਰ-ਵਾਰ ਗੁਨਾਹ ਕਰਦਾ ਹੈ, ਪਾਪ ਕਰਦਾ ਹੈ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਦਾ ਬਚਨ, ਕਲਯੁਗ ਦੇ ਸਮੇਂ ਦੇ ਵਿੱਚ ਬੰਦਾ ਇਹਨਾਂ ਚੀਜ਼ਾਂ ਦੇ ਵਿੱਚ ਪੈ ਕਰਕੇ ਹੰਕਾਰੀ ਬਣਿਆ ਹੈ। ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ। ਤੇ ਜਿਹੜਾ ਬੰਦਾ ਨਸ਼ੇੜੀ ਹੈ, ਜਿਹੜਾ ਵਿਸ਼ੇ ਵਿਕਾਰਾਂ ਦੇ ਵਿੱਚ ਪਿਆ ਹੈ, ਜਿਹਦੀ ਸੰਗਤ ਨਸ਼ਾ ਕਰਨ ਵਾਲਿਆਂ ਦੀ ਹੈ, ਤੇ ਸਤਿਗੁਰਾਂ ਨੇ ਫਿਰ ਬਚਨ ਕੀਤਾ, ਕਹਿਣ ਲੱਗੇ ਕਿ ਭਾਈ ਮਜਲਸ ਕੂੜੇ ਲੱਭ ਕੀ। ਜਦੋਂ ਬੰਦੇ ਦੀ, ਕਿਉਂਕਿ ਇਹ ਸੁਭਾਅ ਹੀ ਹੈ, ਜੇ ਬੰਦਾ ਬੰਦਗੀ ਕਰਨ ਵਾਲਾ ਹੈ, ਚੰਗੇ ਰਸਤੇ ਤੇ ਚੱਲਣ ਵਾਲਾ ਹੈ, ਗੁਰੂ ਘਰ ਦੇ ਵਿੱਚ ਆਉਣ ਵਾਲਾ ਹੈ, ਉਹਦੇ ਸੱਜਣ ਮਿੱਤਰ ਵੀ ਉਸੇ ਤਰ੍ਹਾਂ ਦੇ ਹੋਣਗੇ। ਉਹਦੀ ਮਿੱਤਰਤਾ ਰਹਿ ਹੀ ਉਦੋਂ ਸਕਦੀ ਹੈ ਕਾਇਮ ਜਦੋਂ ਸੋਚ ਜੀਵਨ ਇੱਕੋ ਜਿਹਾ ਹੋਵੇ, ਇੱਕ ਇਸ ਪਾਸੇ ਚੱਲਣ ਵਾਲਾ ਹੋਵੇ, ਦੂਜਾ ਦੂਜੇ ਪਾਸੇ ਚੱਲਣ ਵਾਲਾ ਹੋਵੇ, ਤੇ ਬਿਰਤੀ ਇਹ ਜਿਹੜੀ ਸੱਜਣਤਾ ਹੀ ਹੈ ਲੰਮਾ ਸਮਾਂ ਨਹੀਂ ਨਿਭਦੀ। ਤੇ ਕਹਿਣ ਲੱਗੇ ਕਿ ਦੇਖੋ ਭਾਈ ਨਸ਼ੇੜੀ ਬੰਦਾ ਹੈ ਤੇ ਉਹਦੇ ਸੰਗੀ ਸਾਥੀ ਵੀ ਨਸ਼ੇੜੇ ਹੀ ਹੋਣਗੇ। ਤੇ ਕਹਿਣ ਲੱਗੇ ਕਿ ਭਾਈ ਨਸ਼ੇੜੀ ਬੰਦੇ ਨੇ ਝੂਠੀ ਜਿਹੜੀ ਹੈ, ਭੈੜੀ ਜਿਹੜੀ ਹੈ ਉਹ ਸੰਗਤ ਕੀਤੀ ਹੈ। ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ। ਆਪਣਾ ਜੀਵਨ ਵੀ ਤੇ ਸਾਥੀਆਂ ਦਾ ਜੀਵਨ ਵੀ ਝੂਠੇ ਨਸ਼ਿਆਂ ਦੇ ਵਿੱਚ, ਵਿਸ਼ੇ ਵਿਕਾਰਾਂ ਦੇ ਵਿੱਚ ਪੈ ਕਰਕੇ ਬੰਦਾ ਕਲਯੁਗ ਦੇ ਸਮੇਂ ਦੇ ਵਿੱਚ ਆਪਣਾ ਜੀਵਨ ਅਜਾਈ ਗੁਆ ਰਿਹਾ ਹੈ। ਕਰਨੀ ਲਾਹਨ ਸਤਿਗੁਰ ਸੱਚ ਸਰਾ ਕਰ ਸਾਰ। ਤੇ ਸਤਿਗੁਰਾਂ ਨੇ ਫਿਰ ਅੱਗੇ ਸ਼ਬਦ ਉਚਾਰਨ ਕੀਤਾ, ਕਹਿਣ ਲੱਗੇ ਕਰਨੀ ਲਾਹਨ। ਧੰਨ ਗੁਰੂ ਨਾਨਕ ਦੇਵ ਜੀ ਦਾ ਬਚਨ, ਕਹਿਣ ਲੱਗੇ ਭਾਈ ਲਾਹਨ ਜਿਹੜੀ ਹੈ ਨਾ, ਉੱਚੇ ਸੁੱਚੇ ਕਰਮਾਂ ਨੂੰ, ਉੱਚੇ ਸੁੱਚੇ ਜੀਵਨ ਨੂੰ ਨਸ਼ਾ ਬਣਾਓ। ਜੇ ਨਸ਼ਾ ਬਣਾਉਣਾ ਹੈ ਨਾ, ਨਸ਼ਾ ਕਰਨਾ ਹੈ ਤੇ ਨਾਮ ਦਾ, ਬੰਦਗੀ ਦਾ ਨਸ਼ਾ ਕਰੋ। ਅੰਮ੍ਰਿਤ ਵੇਲੇ ਗੁਰੂ ਕੇ ਚਰਨਾਂ ਦੇ ਨਾਲ ਜੁੜਨ ਦਾ ਨਸ਼ਾ ਕਰੋ, ਪਰਉਪਕਾਰ ਕਰਨ ਦਾ ਨਸ਼ਾ ਕਰੋ, ਭਲਾ ਕਰਨ ਦਾ ਨਸ਼ਾ ਕਰੋ। ਬੁਰਿਆਈ, ਨਿੰਦਿਆ, ਪਾਪ ਇਹ ਛੱਡੋ। ਜੇ ਨਸ਼ਾ ਕਰਨਾ ਹੈ, ਜੇ ਕਿਸੇ ਸਰੂਰ ਦੇ ਵਿੱਚ ਰੰਗੇ ਹੀ ਜਾਣਾ ਹੈ ਤੇ ਭਗਤੀ ਦੇ ਵਿੱਚ ਰੰਗੋ, ਆਪਣੇ ਆਪ ਨੂੰ, ਆਪਣੀ ਬਿਰਤੀ ਨੂੰ ਮਾਲਕ ਦੇ ਚਰਨਾਂ ਦੇ ਨਾਲ ਜੋੜੋ। ਤੇ ਸਤਿਗੁਰਾਂ ਦਾ ਬਚਨ, ਕਹਿਣ ਲੱਗੇ ਕਰਨੀ ਤੁਹਾਡੀ ਜਿਹੜੀ ਹੈ ਨਾ ਉਹ ਲਾਹਣ ਹੋਵੇ ਤੇ ਸਤ ਗੁੜ, ਤੇ ਸੱਚ ਦਾ ਵਿੱਚ ਗੁੜ ਹੋਵੇ। ਤੁਸੀਂ, ਤੁਹਾਡੇ ਕੋਲ ਸੱਚ ਹੋਵੇ, ਸੱਚ ਦਾ ਪੱਲਾ ਨਾ ਛੱਡੋ। ਤੇ ਕਹਿਣ ਲੱਗੇ ਸੱਚ ਸਰਾ ਕਰ ਸਾਰ। ਕਹਿਣ ਲੱਗੇ ਜਦੋਂ ਸੱਚ ਦੇ ਨਾਲ ਜੁੜੋਗੇ ਨਾ ਤੇ ਤੁਹਾਡਾ ਜਿਹੜਾ ਜੀਵਨ ਹੈ ਸਫਲ ਹੋਏਗਾ, ਬਿਰਤੀ ਜਿਹੜੀ ਹੈ ਡੋਲੇਗੀ ਨਹੀਂ ਜਦੋਂ ਬੰਦੇ ਦੇ ਕੋਲ ਸੱਚਾਈ ਹੋਵੇ। ਸਹਿਬ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਜਦੋਂ ਪੇਸ਼ ਕੀਤੇ ਗਏ ਨਾ ਲਾਹੌਰ, ਤੇ ਬੜਾ ਡਲਾਉਣ ਦਾ ਯਤਨ ਕੀਤਾ ਗਿਆ। ਬਾਬਾ ਇਹ ਗੁਰੂ ਅਰਜਨ ਦੇਵ ਜੀ ਇੰਨੇ ਤਸੀਹੇ ਸਹਾਰ ਰਹੇ ਹੋ, ਮੈਂ ਸੱਚ ਦੀ ਗੱਲ ਕਰਨ ਲੱਗੇ ਆਪਾਂ, ਇੰਨੇ ਤਸੀਹੇ ਸਹਾਰ ਰਹੇ ਹੋ, ਆ ਦੇਖੋ ਸਰੀਰ ਦਾ ਕੀ ਹਾਲ ਬਣ ਚੁੱਕਾ ਹੈ।
ਪਾਤਸ਼ਾਹ ਅਜੇ ਵੀ ਤੁਹਾਡੇ ਕੋਲ ਮੌਕਾ ਹੈ, ਛੱਡੋ ਜਿਹੜੀਆਂ ਗੱਲਾਂ ਅਸੀਂ ਕਹਿੰਦੇ ਆ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਜਿਹੜੇ 4 ਸਾਡੇ ਭਗਤ ਹਨ ਉਹਨਾਂ ਦੇ ਸ਼ਬਦ ਸ਼ਾਮਲ ਕਰ ਲਓ ਵਿੱਚ। ਭਗਤ ਕਾਨ੍ਹਾ ਜੀ, ਭਗਤ ਛੱਜੂ ਜੀ, ਭਗਤ ਪੀਲੂ ਜੀ, ਭਗਤ ਸ਼ਾਹ ਹੁਸੈਨ ਜੀ, ਇਹਨਾਂ ਦੀ ਬਾਣੀ ਨਹੀਂ ਸੀ ਧੰਨ ਗੁਰੂ ਅਰਜਨ ਦੇਵ ਜੀ ਨੇ ਸ਼ਾਮਲ ਕੀਤੀ। ਇਹਨਾਂ ਨੇ ਵੀ ਸ਼ਿਕਾਇਤ ਲਾਈ ਸੀ ਬਾਦਸ਼ਾਹ ਨੂੰ, ਤੇ ਨਾਲ ਬਚਨ ਕੀਤਾ ਕਿ ਜਿਹੜੀ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ ਵਾਲੇ ਸ਼ਬਦ ਕੱਢ ਦਿਓ, ਜਿਹਦੇ ਤੇ ਸਾਨੂੰ ਕੁਝ ਇਤਰਾਜ਼ ਹੈ, ਇਹ ਸ਼ਬਦ ਕੱਢ ਲਓ, ਤੇ ਜਿਹੜੇ ਸ਼ਬਦ ਅਸੀਂ ਕਹਿ ਰਹੇ ਹਾਂ ਸਾਡੇ ਭਗਤਾਂ ਦੇ, ਇਹ ਸ਼ਾਮਲ ਕਰ ਲਓ, ਤੇ 2 ਲੱਖ ਰੁਪਈਆ ਜਾਂ ਜੁਰਮਾਨਾ ਭਰੋ। ਆਹ ਗੱਲਾਂ ਇਹਨਾਂ ਨੂੰ ਮੰਨ ਲਓ, ਤੇ हे ਪਾਤਸ਼ਾਹ ਤੁਹਾਨੂੰ ਛੱਡ ਦਿੱਤਾ ਜਾਏਗਾ। ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਸੀ, ਮੈਂ ਸੱਚ ਦੀ ਗੱਲ ਕੀਤੀ ਹੈ, ਮੈਂ ਸੱਚ ਵਾਸਤੇ ਖੜਾ ਹਾਂ, ਸੱਚ ਵਾਸਤੇ ਕੁਰਬਾਨੀ ਕਰਾਂਗਾ, ਸੱਚ ਦਾ ਪੱਲਾ ਨਹੀਂ ਛੱਡਾਂਗਾ। ਹਾਂ, ਅੱਜ ਮੈਂ ਆਪਣੇ ਸਰੀਰ ਨੂੰ ਇੱਥੋਂ ਬਚਾ ਕੇ ਲੈ ਗਿਆ। ਦੇਖੋ ਜਿਹੜਾ ਗੁਰਮੁਖ ਹੁੰਦਾ ਉਹ ਸੱਚ ਦਾ ਪੱਲਾ ਨਹੀਂ ਛੱਡਦਾ। ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਸੀਗਾ, ਕਿਉਂਕਿ ਸ਼ਹਾਦਤਾਂ ਦੇ ਦਿਨ ਚੱਲ ਰਹੇ ਹਨ। ਜੇ ਕੋਈ ਉਦਾਹਰਨ ਲੈਣੀ ਹੈ ਤੇ ਮੇਰਾ ਮਨ ਕਰ ਰਿਹਾ ਹੈ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਹੀ ਲਈਏ। ਤਤੀ ਤਵੀ ਤੇ ਬੈਠਿਆਂ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ, ਕਹਿਣ ਲੱਗੇ ਭਾਈ ਸੱਚ ਦਾ ਪੱਲਾ ਨਹੀਂ ਛੱਡਾਂਗੇ। ਹਾਂ, ਜੇ ਮੈਂ ਅੱਜ ਸੱਚ ਦਾ ਪੱਲਾ ਛੱਡ ਦਿੱਤਾ, ਮੈਂ ਤਾਂ ਬਚ ਕੇ ਇੱਥੋਂ ਚਲਿਆ ਜਾਵਾਂਗਾ। ਹੋ ਸਕਦਾ ਕੁਝ ਦਿਨ ਮਲਮ ਪੱਟੀ ਵੈਦ ਕਰਨ ਤੇ ਸਰੀਰ ਦਾ ਬਚਾਅ ਹੋ ਜਾਵੇ, ਪਰ ਜਿਹੜਾ ਹੈ ਸੱਚ ਉਹ ਹਮੇਸ਼ਾ ਵਾਸਤੇ ਦਫਨ ਹੋ ਜਾਏਗਾ। ਝੂਠ ਦਾ ਬੋਲਬਾਲਾ ਹੋਏਗਾ, ਤੇ ਕਹਿਣ ਲੱਗੇ ਸੱਚ ਤਾਂ ਫਿਰ ਹਮੇਸ਼ਾ ਵਾਸਤੇ ਖਤਮ ਹੋ ਜਾਏਗਾ। ਕਹਿਣ ਲੱਗੇ ਸਰੀਰ ਨਾਸ਼ ਹੋ ਜਾਵੇ ਕੋਈ ਪਰਵਾਹ ਨਹੀਂ, ਪਰ ਸੱਚ ਦਾ ਪੱਲਾ ਨਹੀਂ ਛੱਡਣਾ। ਸੱਚ ਵਾਸਤੇ ਕੁਰਬਾਨ ਹੋਣਾ ਵੀ ਮਨਜ਼ੂਰ ਹੈ। ਖਤਮ ਹੋ ਜਾਵਾਂਗਾ ਪਰ ਸੱਚ ਦਾ ਪੱਲਾ ਨਹੀਂ ਛੱਡਾਂਗਾ। ਜਿਹੜਾ ਗੁਰੂ ਕਾ ਪਿਆਰਾ ਹੈ ਨਾ, ਉਹ ਹਮੇਸ਼ਾ ਸੱਚ ਦੇ ਨਾਲ ਜੁੜ ਕੇ ਚੱਲਦਾ ਹੈ, ਭਾਵੇਂ ਕਿਤਨੀਆਂ ਵੀ ਕੁਰਬਾਨੀਆਂ ਦੇਣੀਆਂ ਪੈਣ। ਤੇ ਸਤਿਗੁਰਾਂ ਨੇ ਇੱਥੇ ਬਚਨ ਵੀ ਕੀਤਾ, ਗੁਰੂ ਨਾਨਕ ਦੇਵ ਜੀ ਨੇ, ਭਾਈ ਸੱਚ ਦਾ ਪੱਲਾ ਪਕੜ, ਸੱਚ ਦੇ ਨਾਲ ਜੁੜ, ਇਸ ਤਰ੍ਹਾਂ ਤੇਰਾ ਜੀਵਨ ਸਫਲ ਹੋ ਜਾਏਗਾ। ਗੁਣ ਮੰਡੇ ਕਰ ਸੀਲ ਘਿਓ, ਸਰਮ ਮਾਸ ਆਹਾਰ। ਤੇ ਗੁਣ ਜਿਹੜੇ ਹਨ ਮੰਡੇ, ਮੰਡੇ ਦਾ ਅਰਥ ਵਿਦਵਾਨਾਂ ਨੇ ਪ੍ਰਸ਼ਾਦੇ ਕੀਤਾ ਹੈ। ਪ੍ਰਸ਼ਾਦਾ ਆਪਾਂ ਕਹਿੰਦੇ ਆ। ਕਹਿਣ ਲੱਗੇ ਇੱਕ ਇੱਕ ਜਿਹੜਾ ਗੁਣ ਆ ਨਾ, ਦੁਨਿਆ ਦੇ ਵਿੱਚ ਬੜੇ ਗੁਣ ਹਨ। ਗੁਰੂ ਕਾ ਜਿਹੜਾ ਪਿਆਰਾ ਹੈ ਨਾ, ਉਹਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ, ਨਿਤ ਹੀ ਕੋਈ ਨਾ ਕੋਈ ਆਪਣਾ ਅਵਗੁਣ ਛੱਡੀ ਜਾਵੇ ਤੇ ਗੁਣ ਜਿਹੜੇ ਹਨ ਉਹ ਗ੍ਰਹਿਣ ਕਰੀ ਜਾਵੇ। ਗੁਰਬਾਣੀ ਦਾ ਵਿੱਚ ਵੀ ਬਚਨ ਹੈ ਨਾ, ਸਾਂਝ ਕਰੀਜੈ ਗੁਨਾਹ ਕੇਰੀ, ਛੋੜ ਅਵਗੁਣ ਚੱਲੀਐ। ਕਿ ਭਾਈ ਅਵਗੁਣਾਂ ਨੂੰ ਛੱਡਦੇ ਜਾਓ ਤੇ ਗੁਣ ਗ੍ਰਹਿਣ ਕਰਦੇ ਰਹੋ, ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਣਗੀਆਂ। ਜਦੋਂ ਤੁਸੀਂ ਸੱਚੇ ਹੋਵੋਗੇ ਤੇ ਗੁਣ ਦਾ ਪੱਲਾ ਪਕੜੋਗੇ। ਤੇ ਧੰਨ ਗੁਰੂ ਨਾਨਕ ਦੇਵ ਜੀ ਦਾ ਬਚਨ ਕਹਿਣ ਲੱਗੇ, ਗੁਰਮੁਖੋ ਝੂਠੇ ਨਸ਼ੇ ਛੱਡ ਕੇ ਤੇ ਗੁਣ ਮੰਡੇ, ਜਿਹੜਾ ਤੁਹਾਡਾ ਛਕਣ ਵਾਲਾ ਪ੍ਰਸ਼ਾਦਾ ਹੈ ਉਹ ਗੁਣਾਂ ਦੇ ਹੋਣ। ਕਹਿਣ ਤੋਂ ਭਾਵ ਜਿਸ ਤਰ੍ਹਾਂ ਇੱਕ ਇੱਕ ਪ੍ਰਸ਼ਾਦਾ ਤਨ ਦੀ ਖੁਰਾਕ ਹੈ ਨਾ ਸਾਡੀ, ਇਸੇ ਤਰ੍ਹਾਂ ਬੰਦੇ ਦੇ ਮਨ ਦੀ ਖੁਰਾਕ ਇਹ ਹੈ ਕਿ ਬੰਦਾ ਕੋਈ ਨਾ ਕੋਈ ਗੁਣ ਗ੍ਰਹਿਣ ਕਰੇ, ਜੀਵਨ ਤਾਂ ਉੱਚਾ ਸੁੱਚਾ ਹੋਏਗਾ। ਤੇ ਸਤਿਗੁਰਾਂ ਨੇ ਬਚਨ ਕੀਤਾ, ਗੁਣ ਮੰਡੇ ਕਰ ਸੀਲ ਘਿਓ। ਤੇ ਕਹਿਣ ਲੱਗੇ ਨਿਮਰਤਾ ਰੱਖਣੀ, ਸੀਲ ਸੁਭਾਅ ਰੱਖਣਾ। ਕਹਿਣ ਲੱਗੇ ਇਹਦਾ ਭਾਈ ਇਹਨੂੰ ਘਿਓ ਬਣਾ। ਤੇ ਸ਼ਰਮ ਮਾਸ ਆਹਾਰ, ਕਈ ਬੰਦੇ ਮਾਸ ਦਾ ਸੇਵਨ ਕਰਦੇ ਹਨ। ਮਾਸ ਦੂਜਿਆਂ ਨੂੰ ਮਾਰ ਕੇ ਆਪਣੀ ਜ਼ੁਬਾਨ ਦਾ ਚਸਕਾ ਪੂਰਾ ਕਰਦੇ ਹਨ। ਤੇ ਸਤਿਗੁਰਾਂ ਨੇ ਬਚਨ ਕੀਤਾ, ਜੇ ਤੂੰ ਮਾਸ ਦਾ ਸ਼ੌਕੀਨ ਹੈ ਨਾ, ਤੇ ਉਹ ਮਾਸ ਦੂਜਿਆਂ ਦੇ ਉੱਪਰ ਮਾਰ ਕੇ ਕਿਸੇ ਜੀਵ ਨੂੰ, ਉਹਦਾ ਨਹੀਂ। ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਭਾਈ ਸ਼ਰਮ ਦਾ, ਲੱਜਾ ਦਾ ਮਾਸ ਬਣਾ, ਉਹਦਾ ਆਹਾਰ ਕਰੋ ਜੀ। ਗੁਰਮੁਖ ਪਾਈਐ ਨਾਨਕਾ, ਖਾਧੈ ਜਾਹੇ ਬੇਕਾਰ। ਹੇ ਗੁਰੂ ਕੀ ਬਿਰਤੀ ਵਾਲਿਆ ਸਜਣਾ, ਗੁਰਮੁਖ ਪਾਈਐ ਨਾਨਕਾ, ਹੇ ਮਨਾ, ਇਹੋ ਜਿਹਾ ਜਦੋਂ ਤੇਰਾ ਭੋਜਨ ਹੋਵੇਗਾ ਨਾ, ਗੁਣਾ ਵਾਲਾ, ਬੰਦਗੀ ਵਾਲਾ, ਸਿਮਰਨ ਵਾਲਾ, ਤੇ ਕਹਿਣ ਲੱਗੇ ਖਾਧੈ ਜਾਹੇ ਬੇਕਾਰ, ਖਾਣ ਦੇ ਨਾਲ ਵਿਸ਼ੇ ਵਿਕਾਰ, ਭੈੜੀ ਮੱਤ ਜਿਹੜੀ ਹੈ ਉਹ ਚਲੀ ਜਾਵੇਗੀ, ਖਤਮ ਹੋ ਜਾਵੇਗੀ। ਮਰਦਾਨਾ ਪਹਿਲਾ। ਫਿਰ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਦਿਆਂ ਹੋਇਆਂ ਉਹਨਾਂ ਦਾ ਨਾਮ ਫਿਰ ਦਰਜ ਕੀਤਾ। ਅੱਗੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਕਾਇਆ ਲਾਹਨ ਆਪ ਮਦ, ਮਜਲਸ ਤ੍ਰਿਸ਼ਨਾ ਧਾਤ। ਕਾਇਆ, ਆ ਜਿਹੜਾ ਸਰੀਰ ਹੈ, ਇਹਨੂੰ ਸਤਿਗੁਰਾਂ ਨੇ ਬਚਨ ਕੀਤਾ, ਇਹ ਲਾਹਨ, ਕਾਇਆ ਲਾਹਨ ਆਪ ਮਦ। ਬੰਦੇ ਨੇ, ਆਪ ਦਾ ਮਤਲਬ ਹਉਮੈ, ਹੰਗਤਾ। ਕਹਿਣ ਲੱਗੇ ਇਹਦੀ ਸ਼ਰਾਬ, ਮਜਲਸ, ਤ੍ਰਿਸ਼ਨਾ, ਧਾਤ,
ਤੇ ਇੱਕ ਇਹ ਹੈ ਬਿਰਤੀ, ਆ ਵੀ ਮੇਰੇ ਕੋਲ ਆ ਜਾਵੇ, ਆ ਵੀ ਮੇਰੇ ਕੋਲ ਆ ਜਾਵੇ, ਇੰਨਾ ਕੁਛ ਮੇਰੇ ਕੋਲ ਹੋ ਜਾਵੇ। ਬੰਦਾ ਰੱਜਦਾ ਨਹੀਂ ਹੈ। ਗੁਰਬਾਣੀ ਦੇ ਵਿੱਚ ਵਚਨ ਹੈ, ਤ੍ਰਿਸ਼ਨਾ ਬਿਰਲੇ ਹੀ ਕੇ ਬੁਝੀ ਹੈ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋ ਰਹਿ, ਪਰ ਹੀ ਕੋ ਲੁੱਜੀ ਹੈ। ਮਨ ਨੇ ਤਾਂ ਰੱਜਣਾ ਨਹੀਂ ਹੈ, ਬੜੇ ਪਾਪ ਕਰ ਰਿਹਾ ਹੈ, ਆ ਵੀ ਮੇਰੇ ਕੋਲ ਆ ਜਾਵੇ, ਆ ਵੀ ਕਿਸੇ ਦੇ ਪੱਲੇ ਪੈ ਨਹੀਂ ਨਾ ਦੇਵਾਂ ਕੁਛ। ਬੰਦਾ ਕਰ ਰਿਹਾ ਹੈ ਕੋਸ਼ਿਸ਼, ਪਰ ਪਾਤਸ਼ਾਹ ਜੀ ਬਚਨ ਕੀਤੇ ਇਹ ਨਾ ਨਸ਼ੇ ਦੇ ਵਿੱਚ ਹੈ। ਇਹ ਕਾਮ ਕ੍ਰੋਧ ਲੋਭ ਦਾ ਨਸ਼ਾ ਹੈ, ਮੋਹ ਦਾ ਨਸ਼ਾ ਹੈ। ਸਾਰਾ ਕੁਛ ਚਾਹੁੰਦਾ ਹੈ ਮੇਰੇ ਕੋਲ ਆ ਜਾਵੇ। ਇਹ ਨਸ਼ੇ ਦੇ ਵਿੱਚ ਹੈ, ਤੇ ਇਸ ਨਸ਼ੇ ਦੇ ਵਿੱਚ ਪੈ ਕਰਕੇ ਇਹ ਜੀਵਨ ਅਜਾਈਂ ਗੁਆ ਰਿਹਾ ਹੈ। ਤ੍ਰਿਸ਼ਨਾ ਬੁਝਣੀ ਨਹੀਂ ਹੈ, ਜੀਵਨ ਖਤਮ ਹੋ ਜਾਣਾ ਹੈ, ਤੇ ਖਾਲੀ ਹੱਥ ਬੰਦੇ ਨੇ ਸੰਸਾਰ ਤੋਂ ਤੁਰ ਜਾਣਾ ਹੈ। ਪਰ ਪਾਤਸ਼ਾਹ ਜੀ ਨੇ ਬਚਨ ਕੀਤਾ, ਆਪਣੀ ਜਿਹੜੀ ਬਿਰਤੀ ਇਸ ਤਰ੍ਹਾਂ ਦੀ ਬਣਾ ਕਰਕੇ ਜੀਵਨ ਅਜਾਈਂ ਜਾ ਰਿਹਾ ਹੈ। ਮਨਸਾ ਕਟੋਰੀ ਕੂੜ ਭਰੀ, ਪੀ ਲਾਏ ਜਮਕਾਲ। ਤੇ ਮਨਸਾ ਰੂਪੀ ਜਿਹੜੀ ਕਟੋਰੀ ਹੈ ਨਾ, ਮਨਸਾ ਸ਼ਬਦ ਵਿਦਵਾਨਾਂ ਨੇ ਅਰਥ ਕੀਤਾ ਹੈ। ਇੱਕ ਸ਼ਬਦ ਹੈ ਆਸਾ। ਆਸਾ ਦਾ ਮਤਲਬ ਹੁੰਦਾ ਹੈ ਕਿ ਉਹ ਚੀਜ਼ ਜਿਹੜੀ ਲੰਮਾ ਸਮਾਂ ਅੰਦਰ ਬਿਰਤੀ ਬਣੀ ਰਵੇ ਕਿ ਆ ਮੈਨੂੰ ਚਾਹੀਦਾ ਹੈ, ਗੁਰੂ ਦੇ ਕੋਲੋਂ ਮੰਗਦਾ ਹੈ। ਮਨਸਾ ਜਿਹੜੀ ਥੋੜ੍ਹੇ ਕੁ ਸਮੇਂ ਵਾਸਤੇ ਪੈਦਾ ਹੋਵੇ, ਫਿਰ ਖਤਮ ਹੋ ਜਾਵੇ। ਆਸਾ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਦਾ ਬਚਨ ਕਹਿਣ ਲੱਗੇ ਕਿ ਭਾਈ ਮਨਸਾ ਕਟੋਰੀ ਕੂੜ ਭਰੀ, ਪੀ ਲਾਏ ਜਮਕਾਲ। ਇਹ ਇਛਾਵਾਂ ਦੀ ਜਿਹੜੀ ਕਟੋਰੀ ਹੈ ਇਹ ਭਰੀ ਪਈ ਹੈ, ਤੇ ਜਮਕਾਲ ਇਸ ਨੂੰ ਪਿਲਾ ਰਿਹਾ ਹੈ। ਬੰਦਾ ਆ ਵੀ ਮਿਲ ਜਾਵੇ, ਆ ਵੀ ਮਿਲ ਜਾਵੇ, ਇੰਨੀਆਂ ਇਛਾਵਾਂ ਪੈਦਾ ਹੋ ਗਈਆਂ, ਉਹਦੇ ਵਿੱਚ ਲੱਗਿਆ ਹੋਇਆ ਹੈ। ਇਤ ਮਦ ਪੀਤੈ ਨਾਨਕਾ, ਬਹੁਤੇ ਖਟਿਐ ਬੇਕਾਰ। ਤੇ ਇਸ ਤਰ੍ਹਾਂ ਦੀ ਬਿਰਤੀ ਗੁਰਮੁਖਾ ਜੇ ਧਾਰਨ ਕੀਤੀ ਹੈ, ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਦਾ ਬਚਨ, ਇਤ ਮਦ ਪੀਤੈ ਨਾਨਕਾ, ਬਹੁਤੇ ਖਟਿਏ ਬੇਕਾਰ। ਬਹੁਤ ਜ਼ਿਆਦੇ ਪਾਪ ਤੂੰ ਖੱਟ ਕੇ ਸੰਸਾਰ ਤੋਂ ਜਾਏਗਾ। ਗਿਆਨ ਗੁੜ ਸਲਾਹ ਮੰਡੇ, ਭਉ ਮਾਸ ਆਹਾਰ। ਤੇ ਸਿੱਖਾ ਗਿਆਨ ਨੂੰ ਗੁੜ ਸਮਝ, ਦੂਜੇ ਗੁੜ ਦਾ ਖਹਿੜਾ ਛੱਡ, ਨਸ਼ੇ ਦਾ ਖਹਿੜਾ ਛੱਡ, ਗਿਆਨ ਨੂੰ ਗੁੜ ਬਣਾ। ਤੇ ਸਲਾਹ ਮੰਡੇ, ਮਾਲਕ ਦੀ ਵਡਿਆਈ ਕਰਨੀ, ਝੂਠੀ ਦੁਨਿਆਵੀ ਲੋਕਾਂ ਦੀ ਖੁਸ਼ਾਮਦ ਨਹੀਂ। ਕਹਿਣ ਲੱਗੇ ਕਿ ਭਾਈ ਸਲਾਹ ਮੰਡੇ, ਪਰਮੇਸ਼ਰ ਦੀ ਵਡਿਆਈ ਨੂੰ ਪ੍ਰਸ਼ਾਦੇ ਸਮਝ। ਭਾਉ ਮਾਸ ਆਹਾਰ, ਪਰਮੇਸ਼ਰ ਦੇ ਡਰ ਦਾ ਜਿਹੜਾ ਹੈ ਮਾਸ ਬਣਾ, ਉਹਦਾ ਸੇਵਨ ਕਰੋ ਜੀ। ਨਾਨਕ ਇਹੋ ਭੋਜਨ ਸੱਚ ਹੈ, ਸੱਚ ਨਾਮ ਆਧਾਰ। ਹੇ ਨਾਨਕ, ਇਹ ਜਿਹੜਾ ਭੋਜਨ ਹੈ ਸੱਚ ਹੈ। ਨਾਨਕ ਇਹੋ ਭੋਜਨ ਸੱਚ ਹੈ, ਸੱਚ ਨਾਮ ਆਧਾਰ। ਗਰੀਬਨ ਨਿਵਾਜ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਦਾ ਬਚਨ, ਇਹ ਭੋਜਨ ਸੱਚ ਹੈ, ਤੇ ਸਾਰੀ ਜ਼ਿੰਦਗੀ ਦੇ ਵਿੱਚ ਇਹਨੂੰ ਹੀ ਆਧਾਰ, ਇਹਨੂੰ ਹੀ ਜੀਵਨ ਦੇ ਵਿੱਚ ਧਾਰਨ ਕਰੋ ਜੀ। ਕਾਇਆ ਲਾਹਨ ਆਪ ਮਦ, ਅੰਮ੍ਰਿਤ ਤਿਸ ਕੀ ਧਾਰ। ਤੇ ਕਾਇਆ ਲਾਹਨ, ਕਾਇਆ ਜਿਹੜੀ ਹੈ ਭੱਠੀ ਹੈ, ਆਪ ਮਦ, ਆਪ ਵਾਲਾ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਵਾਰ-ਵਾਰ ਕਈ ਵਾਰੀ ਦੁਹਰਾ ਕਰਕੇ ਮਨੁੱਖ ਨੂੰ ਸਮਝਾਉਣ ਦਾ ਯਤਨ ਕਰਦੇ ਹਨ ਕਿ ਭਾਈ ਅੰਮ੍ਰਿਤ ਤਿਸ ਕੀ ਧਾਰ। ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ ਅੰਮ੍ਰਿਤ, ਉਹ ਜਿਹੜੀ ਧਾਰ ਹੈ, ਜੇ ਉਹ ਤੇਰੇ ਉੱਤੇ ਪੈ ਜਾਵੇ, ਤੇਰਾ ਜੀਵਨ ਤਾਂ ਸਫਲ ਹੋਣਾ ਹੈ। ਸਤ ਸੰਗਤ ਸਿਉ ਮਿਲਾਪ ਹੋਏ, ਲਿਵ ਕਟੋਰੀ ਅੰਮ੍ਰਿਤ ਭਰੀ, ਪੀ ਪੀ ਕਟਹਿ ਬੇਕਾਰ। ਤੇ ਸਿੱਟਾ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਇਹ ਕੱਢਦੇ ਹਨ ਕਿ ਸੰਗਤ ਜਦੋਂ ਚੰਗੀ ਹੋ ਜਾਵੇ ਨਾ, ਗੁਰੂ ਕੀ ਸੰਗਤ ਪ੍ਰਾਪਤ ਹੋ ਜਾਵੇ, ਸਤ ਸੰਗਤ ਸਿਉ ਮਿਲਾਪ ਹੋਏ, ਤੇ ਕਹਿਣ ਲੱਗੇ ਲਿਵ ਕਟੋਰੀ ਅੰਮ੍ਰਿਤ ਭਰੀ, ਜਿਹੜੀ ਤੇਰੀ ਲਿਵ ਹੈ ਅੰਮ੍ਰਿਤ ਦੇ ਨਾਲ ਭਰ ਜਾਵੇ। ਕਹਿਣ ਲੱਗੇ ਫਿਰ ਪੀ ਪੀ ਕਟੇ ਬੇਕਾਰ, ਉਦੋਂ ਤੇਰੇ ਅੰਦਰੋਂ ਸਾਰੇ ਜਿਹੜੇ ਪਾਪ ਹਨ ਉਹ ਖਤਮ ਹੋ ਜਾਣਗੇ। ਪੌੜੀ ਆਪੇ ਸੁਰ ਨਰ ਗਨ ਗੰਧਰਵਾ, ਆਪੇ ਖਟ ਦਰਸ਼ਨ ਕੀ ਬਾਣੀ। ਉਹ ਪਰਮੇਸ਼ਰ ਆਪ ਹੀ ਸਾਰੇ ਕੁਛ ਦਾ ਮਾਲਕ ਹੈ, ਸੁਰਾਂ ਨੂੰ ਪੈਦਾ ਕਰਨ ਵਾਲਾ, ਗਣ ਗੰਧਰਵ, ਇੰਦਰਪੁਰੀ ਦੇ ਵਿੱਚ ਗਾਉਣ ਵਾਲੇ, ਨੱਚਣ ਵਾਲੇ, ਆਪੇ ਖਟ ਦਰਸ਼ਨ ਕੀ ਬਾਣੀ, 6 ਦਰਸ਼ਨ 6 ਵਿਚਾਰਧਾਰਾ, ਇਹਨਾਂ ਨੂੰ ਪੈਦਾ ਕਰਨ ਵਾਲਾ ਮਾਲਕ ਹੈ। ਆਪੇ ਸ਼ਿਵ ਸ਼ੰਕਰ ਮਹੇਸ਼ਾ, ਆਪੇ ਗੁਰਮੁਖ ਅਕਥ ਕਹਾਣੀ। ਆਪੇ ਹੀ ਉਹ ਪਰਮੇਸ਼ਰ ਸ਼ਿਵ ਹੈ, ਸ਼ਿਵ ਜੀ ਹੈ, ਸ਼ੰਕਰ ਵੀ ਉਸ ਦਾ ਹੀ ਨਾਮ ਹੈ, ਮਹੇਸ਼ਾ। ਆਪੇ ਗੁਰਮੁਖ ਅਕਥ ਕਹਾਣੀ,
ਆਪ ਹੀ ਪਰਮੇਸ਼ਰ ਸੇਵਕਾਂ ਦੇ ਕਿਰਪਾ ਕਰਕੇ ਗੁਰਮੁਖਾਂ ਤੇ ਅਕਥ ਕਹਾਣੀ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ, ਉਹਦੀ ਵਿਚਾਰ ਪਰਮੇਸ਼ਰ ਆਪ ਹੀ ਕਰਾਉਂਦਾ ਹੈ। ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ। ਪਰਮੇਸ਼ਰ ਆਪ ਹੀ ਜੋਗੀ ਹੈ, ਜੋਗੀ ਹੋ ਕੇ ਵਰਤਦਾ ਹੈ, ਆਪੇ ਹੀ ਭੋਗੀ ਹੈ ਮਾਲਕ, ਤੇ ਆਪੇ ਸੰਨਿਆਸੀ ਫਿਰੈ ਬਿਬਾਣੀ। ਤੇ ਸਤਿਗੁਰਾਂ ਦਾ ਬਚਨ ਕਹਿਣ ਲੱਗੇ, ਸੰਨਿਆਸੀ ਜਗਤ ਜਲੰਦੇ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਰਹਿਣ ਵਾਲਾ, ਉਹ ਵੀ ਰੂਪ ਜਿਹੜਾ ਹੈ ਉਹਨਾਂ ਨੂੰ ਪੈਦਾ ਕਰਨ ਵਾਲਾ ਪਰਮੇਸ਼ਰ ਹੈ। ਆਪੇ ਨਾਲ ਗੋਸ਼ਟ ਆਪ ਉਪਦੇਸੈ ਆਪੇ ਸੁਗੜ ਸਰੂਪ ਸਿਆਣੀ। ਤੇ ਆਪੇ ਹੀ ਉਹ ਬਿਰਤੀ ਦੇ ਕਰਕੇ ਆਪਣੇ ਪਿਆਰਿਆਂ ਨੂੰ ਤੇ ਉੱਤਮ ਗੋਸ਼ਟੀ ਕਰਾਉਂਦਾ ਹੈ, ਮੱਤ ਦਿੰਦਾ ਹੈ, ਸਮਝ ਦਿੰਦਾ ਹੈ, ਆਪਣੇ ਚਰਨਾਂ ਦੇ ਨਾਲ ਲਾ ਲੈਂਦਾ ਹੈ। ਆਪ ਉਪਦੇਸ਼ ਹੈ, ਆਪ ਹੀ ਉਹ ਪ੍ਰੇਰਨਾ ਦੇਣ ਵਾਲਾ ਹੈ। ਤੇ ਆਪੇ ਸੁਗੜ ਸਰੂਪ ਸਿਆਣੀ, ਉਹ ਸੁਗੜ ਬਣਾਉਣ ਵਾਲਾ ਤੇ ਸੁੰਦਰ ਸਰੂਪ ਬਣਾਉਣ ਵਾਲਾ, ਸੋਹਣੇ ਸੋਹਣੇ ਸਰੀਰਾਂ ਨੂੰ ਪੈਦਾ ਕਰਨ ਵਾਲਾ ਉਹ ਪਰਮੇਸ਼ਰ ਆਪ ਹੈ। ਆਪਣਾ ਚੋਜ ਕਰ ਵੇਖੈ ਆਪੇ ਆਪੇ ਸਭਨਾ ਜੀਆਂ ਕਾ ਹੈ ਜਾਣੀ। ਤੇ ਪਰਮੇਸ਼ਰ ਆਪਣੇ ਚੋਜ ਵਰਤਾ ਕਰਕੇ ਤੇ ਆਪੇ ਹੀ ਦੇਖ ਰਿਹਾ ਹੈ। ਤੇ ਅਖੀਰ ਦੇ ਵਿੱਚ ਸਤਿਗੁਰੂ ਜੀ ਬਚਨ ਕਰ ਰਹੇ ਹਨ, ਕਹਿਣ ਲੱਗੇ, ਆਪਣਾ ਚੋਜ ਕਰ ਵੇਖੇ ਆਪੇ ਆਪੇ ਸਭਨਾ ਜੀਆਂ ਕਾ ਹੈ ਜਾਣੀ। ਆਪ ਹੀ ਸਾਰਿਆਂ ਨੂੰ ਜਾਣਨ ਵਾਲਾ ਹੈ, ਚੋਜ ਵਰਤਾਉਣ ਵਾਲਾ ਹੈ। ਪਰਮੇਸ਼ਰ ਦੀ ਇਹ ਸਾਰੀ ਵਿਧੀ ਹੈ, ਵਿਧਾਨ ਹੈ, ਉਹਦੇ ਇਹ ਸਾਰੀਆਂ ਖੇਡਾਂ ਹਨ ਜੋ ਸੰਸਾਰ ਦੇ ਵਿੱਚ ਹੋ ਰਿਹਾ ਹੈ। ਗੁਰਮੁਖ ਜਿਹੜੇ ਗੁਰੂ ਦੀ ਮੱਤ ਲੈ ਕਰਕੇ ਜੀਵਨ ਸਫਲ ਕਰ ਲੈਂਦੇ ਹਨ। ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਪ੍ਰੇਮ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਸਾਹਿਬ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ, ਜਿਨ੍ਹਾਂ ਦੇ ਪਵਿੱਤਰ ਅਸਥਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ, ਜਿਨ੍ਹਾਂ ਦੀ ਕਿਰਪਾ ਦੇ ਨਾਲ ਆਪਾਂ ਵਿਚਾਰ ਸਾਂਝਾ ਕੀਤਾ ਹੈ। ਸਤਿਕਾਰਯੋਗ ਸਿੰਘ ਸਾਹਿਬਾਨ ਗਿਆਨੀ ਜਗਤਾਰ ਸਿੰਘ ਜੀ, ਜਿਨ੍ਹਾਂ ਦਾ ਹੁਕਮ ਹੋਇਆ, ਆਪ ਸਮੂਹ ਸੰਗਤ ਦੇ ਦਰਸ਼ਨ ਹੋਏ। ਧੰਨਵਾਦ। ਅਖੀਰ ਦੇ ਵਿੱਚ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਆਪੇ ਨਾਲ ਗੋਸ਼ਟ ਆਪ ਉਪਦੇਸੈ ਆਪੇ ਸੁਗੜ ਸਰੂਪ ਸਿਆਣੀ। ਆਪਣਾ ਚੋਜ ਕਰ ਵੇਖੈ ਆਪੇ ਆਪੇ ਸਭਨਾ ਜੀਆਂ ਕਾ ਹੈ ਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ